ਨਾਮ ਵਾਹਿਗੁਰੂ ਜੀਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੂ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੂ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ। ਘਰ ਸ਼ੇਵਾ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਨੀਚ ਜਾਤ ਹਰ ਜਪਤਿਆ, ਉਤਮ ਪਦਵੀ ਪਾਈ। ਪੂਛੋ ਬਿਦਰ ਦਾਸੀ ਸੁਤਾ, ਕਿਸਨ ਉਤਰਿਆ ਘਰ ਜਿਸ ਜਾਈ। ਨੀਚ ਜਾਤ ਹਰ ਜਪਤਿਆ, ਉੱਤਮ ਪਦਵੀ ਪਾਈ। ਪੂਛੋ ਬਿਦਰ ਦਾਸੀ ਸੁਤਾ, ਕਿਸਨ ਉਤਰਿਆ ਘਰ ਜਿਸ ਜਾਈ। ਹਰ ਕੀ ਆਕਥ ਕਥਾ ਸੁਨਹੁ ਜਨ ਭਾਈ। ਜਿਤ ਸਹਸਾ ਦੁਖ ਭੂਖ ਸਭ ਲਹਿ ਜਾਏ। ਰਹਾਉ ਰਵਿਦਾਸ ਚਮਾਰ ਉਸਤਤ ਕਰੀ। ਹਰ ਕੀਰਤ ਨਿਮਖ ਇਕ ਗਾਈ। ਪਤਿਤ ਜਾਤ ਉਤਮ ਭਇਆ, ਚਾਰ ਵਰਨ ਭਏ ਪਗ ਆਈ। ਨਾਮ ਦੇ ਪ੍ਰੀਤ ਲਗੀ ਹਰ ਸਿਤੀ। ਲੋਕ ਸ਼ੀਪਾ ਕਹੈ ਬੁਲਾਈ। ਖਤਰੀ ਬ੍ਰਾਹਮਣ ਪੇਠ ਦੇ ਛੋਡੇ। ਹਰ ਨਾਮ ਦਿਓ ਲਿਆ ਮੁਖ ਲਾਈ। ਜਿਤਨੇ ਭਗਤ ਹਰ ਸੇਵਕਾ, ਮੁਖ 68 ਤੀਰਥ ਤਿਨ ਤਿਲਕ ਕਢਾਈ। ਜਨ ਨਾਨਕ ਤਿਨ ਕੋ ਅਨ ਦਿਨ ਪਰਸੀ। ਜੇ ਕਿਰਪਾ ਕਰੇ ਹਰ ਰਾਈ। ਜਿਤਨੇ ਭਗਤ ਹਰ ਸੇਵਕਾ, ਮੁਖ 68 ਤੀਰਥ ਤਿਨ ਤਿਲਕ ਕਢਾਈ। ਜਨ ਨਾਨਕ ਤਿਨ ਕੋ ਅਨ ਦਿਨ ਪਰਸੀ। ਜੇ ਕਿਰਪਾ ਕਰੇ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਸ਼ਲ ਪਤਿਤ ਪਾਵਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਭ ਵਡਭਾਗੀ ਹਾਂ, ਜਿਨ੍ਹਾਂ ਨੂੰ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ
ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਜੋ ਅੰਮ੍ਰਿਤ ਵੇਲੇ ਮੁਖਵਾਕ ਬਖਸ਼ਿਸ਼ ਕੀਤੇ ਹਨ ਅਤੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਜੋ ਲੜੀਵਾਰ ਗੁਰਬਾਣੀ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਜੇ ਸਮੇਂ ਦੀ ਆਪ ਜੀ ਦੇਸ਼ ਵਿਦੇਸ਼ ਵਿੱਚ ਬੜੀ ਹੀ ਸ਼ਿੱਦਤ ਦੇ ਨਾਲ ਉਡੀਕ ਕਰਦੇ ਹੋ, ਦੀਵਾਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਜੁੜ ਬੈਠਣ ਦਾ, ਮਾਲਕ ਦੇ ਹਰ ਜਸ ਨੂੰ ਗਾਇਨ ਕਰਨ ਦਾ, ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਹ ਅੰਮ੍ਰਿਤਮਈ ਬਚਨ ਦੀਨ ਦੁਨੀਨ ਦੇ ਥੰਮ, ਸੇਵਾ ਤੇ ਸਿਮਰਨ ਦੇ ਮੁਜੱਸਮੇ, ਗੁਰੂ ਨਾਨਕ ਜੋਤ ਦੇ ਚੌਥੇ ਵਾਰਿਸ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ, ਅੰਮ੍ਰਿਤ ਬਾਣੀ ਪਾਵਨ ਸਰੋਵਰ ਦੀ ਬਖਸ਼ਿਸ਼ ਕਰਨ ਵਾਲੇ ਸਤਿਗੁਰੂ, ਖਾਲੀ ਹਿਰਦੇ ਰੂਪੀ ਸਰੋਵਰਾਂ ਨੂੰ ਨਾਮ ਰੂਪੀ ਅੰਮ੍ਰਿਤ ਜਲ ਦੇ ਨਾਲ ਸਰਸ਼ਾਰ ਕਰਨ ਵਾਲੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸੂਹੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 733 ਤੇ ਸ਼ੋਭਨੀਕ ਹਨ। ਗਰੀਬ ਨਵਾਜ਼ ਜੀ ਨੇ ਇਸ ਪਾਵਨ ਗੁਰ ਸ਼ਬਦ ਦੇ ਦੁਆਰਾ ਜਿੱਥੇ ਪ੍ਰਮਾਤਮਾ ਦੇ ਇਸ ਬਿਰਧ ਦਾ ਜ਼ਿਕਰ ਕੀਤਾ ਹੈ ਕਿ ਕੋਈ ਵੀ ਕਿਸੇ ਇਲਾਕੇ ਵਿੱਚ ਕਿਸੇ ਖੇਤਰ ਨਾਲ ਸੰਬੰਧਿਤ ਵਿਅਕਤੀ, ਚਾਹੇ ਉਹਦੀ ਕੋਈ ਵੀ ਜਾਤ ਹੋਵੇ, ਜਦੋਂ ਵੀ ਉਹ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਤੇ ਪ੍ਰਮਾਤਮਾ ਦਾ ਇਹ ਮੁੱਢ ਕਦੀਮੀ ਬਿਰਧ ਹੈ ਕਿ ਪ੍ਰਮਾਤਮਾ ਉਹਦੀ ਕੋਈ ਜਾਤ ਪਾਤ ਨਹੀਂ ਵਿਚਾਰਦਾ, ਸਗੋਂ ਜਿਨ੍ਹਾਂ ਨੂੰ ਲੋਕ ਨੀਵੀਂ ਜਾਤ ਵਾਲੇ ਆਖਦੇ ਸਨ, ਜਦੋਂ ਉਹਨਾਂ ਨੇ ਪ੍ਰਮਾਤਮਾ ਦੀ ਭਗਤੀ ਕੀਤੀ, ਮਾਲਕ ਦੀ ਭਗਤੀ ਦੇ ਸਦਕਾ ਉਹਨਾਂ ਨੂੰ ਬਹੁਤ ਉੱਤਮ ਪਦਵੀਆਂ, ਬੜੇ ਬੜੇ ਵੱਡੇ ਜਿਹੜੇ ਮਰਾਤਬੇ ਸਨ ਉਹ ਪ੍ਰਾਪਤ ਹੋਏ। ਕੁਝ ਭਗਤਾਂ ਦੀਆਂ ਸਤਿਗੁਰੂ ਜੀ ਨੇ ਉਦਾਹਰਨਾਂ ਦਿੱਤੀਆਂ ਨੇ, ਕਿਉਂਕਿ ਉਦਾਹਰਨਾਂ ਸੰਕੇਤ ਵਰਤ ਕੇ ਹੀ ਸਾਨੂੰ ਸਮਝਾਇਆ ਜਾ ਸਕਦਾ ਹੈ। ਉੱਥੇ ਰਹਾਓ ਵਾਲੇ ਬੰਦ ਵਿੱਚ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਪ੍ਰੇਰਨਾ ਕਰਦੇ ਨੇ, ਇਹ ਭਾਈ ਪਰਮਾਤਮਾ ਜਿੱਥੇ ਆਪ ਇਕੱਠ ਹੈ, ਉੱਥੇ ਉਹਦੀ ਕਥਾ ਵਿਚਾਰ, ਉਹਦੀ ਸਿਫਤ ਸਲਾਹ ਵੀ ਕਥਨੀ ਤੋਂ ਪਰੇ ਹੈ। ਸੱਚਮੁੱਚ ਜਿਹਦੀ ਕਥਾ ਕਰਦਿਆਂ ਇੱਕ ਦਿਨ ਕਥਾ ਮੁੱਕ ਜਾਵੇ, ਜਿਹਦੀਆਂ ਸਿਫਤ ਸਲਾਹਾਂ ਖਤਮ ਹੋ ਜਾਣ, ਉਹਦੀ ਕਥਾ ਕਰਨ ਜਾਂ ਉਹਦੀ ਸਿਫਤ ਸਲਾਹ ਕਰਨ ਨਾਲ ਸਾਨੂੰ ਕੋਈ ਲਾਭ ਪ੍ਰਾਪਤ ਨਹੀਂ ਹੋਵੇਗਾ। ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਹਨੂੰ ਕੱਥ ਕੇ ਲੋਕ ਇਹ ਕਹਿਣ ਕਿ ਅਸੀਂ ਉਸ ਪਰਮਾਤਮਾ ਦਾ ਕੋਈ ਥਾਂ ਨਹੀਂ ਪਾ ਸਕੇ, ਕਿਉਂਕਿ ਉਹ ਅਗੰਮ ਅਗੋਚਰ ਹੈ, ਉਹ ਬੜਾ ਇਕੱਠ ਹੈ। ਇਸੇ ਲਈ ਸਤਿਗੁਰੂ ਸਾਨੂੰ ਪਿਆਰ ਸਹਿਤ ਆਵਾਜ਼ ਮਾਰਦੇ ਨੇ, ਆਵੋ ਸੰਤ ਪਿਆਰਿਓ ਇਕੱਠ ਕੀ ਕਰੈਂ ਕਹਾਣੀ, ਤੂੰ ਸਮਰੱਥ ਇਕੱਠ ਅਗੋਚਰ ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਜਿਹਦੀ ਕਥਾ ਇਕੱਠ ਹੈ, ਜਿਹਦੀ ਕਥਾ ਕਰ ਕਰਕੇ ਕਦੇ ਮੁੱਕਦੀ ਨਹੀਂ, ਕਿਉਂਕਿ ਜਿਹਦੇ ਬਾਰੇ ਇਹ ਸਪਸ਼ਟ ਕੀਤਾ ਗਿਆ ਕਿ ਬੇਦ ਕਤੇਬ ਸੰਸਾਰ ਹੱਬਾਂ ਹੂੰ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ। ਦੇਵੀ ਦੇਵਤੇ ਵੀ ਜਿਹਦਾ ਅੰਤ ਨਹੀਂ ਪਾ ਸਕਦੇ, ਜੋਗੀ ਕਈ ਤਰ੍ਹਾਂ ਦੇ ਭੇਸ ਧਾਰਨ ਕਰਕੇ, ਕਈ ਤਰ੍ਹਾਂ ਦੇ ਵਿਦਵਾਨ ਵੱਖਰੀ ਵੱਖਰੀ ਵਿਆਕਰਨ ਦੇ ਮੁਤਾਬਕ ਉਹਨੂੰ ਕੱਥ ਕੇ ਇਹੀ ਆਖਦੇ ਨੇ ਕਿ ਕਥਨਾ ਕਥੀ ਨਾ ਆਵੈ ਤੋਟ, ਬਹੁਤਾ ਕਹੀਆ ਬਹੁਤਾ ਹੋਏ। ਜਿੰਨਾ ਵੀ ਉਹਦੇ ਬਾਰੇ ਕਹੀ ਚੱਲੀਏ ਉਹ ਓਨਾ ਹੀ ਹੋਰ ਹੈ। ਕਈ ਵਾਰ ਇਸ ਪਾਵਨ ਪੰਕਤੀ ਦੇ ਅਰਥ ਇਹ ਕੀਤੇ ਜਾਂਦੇ ਨੇ ਵੀ ਜੇ ਕੋਈ ਪੁੱਛੇ ਵੀ ਤੁਹਾਡੇ ਕੋਲ ਧਨ ਸੰਪਤੀ ਜਾਇਦਾਦ ਕਿੰਨੀ ਕਾ, ਤੇ ਇਹ ਨਹੀਂ ਕਹਿਣਾ ਚਾਹੀਦਾ ਵੀ ਥੋੜ੍ਹੀ ਆ, ਇਹ ਕਹਿਣਾ ਚਾਹੀਦਾ ਵੀ ਬਹੁਤੀ ਆ, ਵੀ ਬਹੁਤਾ ਕਹੀਏ ਬਹੁਤਾ ਹੋਏ। ਨਹੀਂ, ਇਹਦਾ ਅਰਥ ਧਨ ਸੰਪਤੀ ਦੇ ਨਾਲ ਨਹੀਂ ਹੈ। ਬਹੁਤਾ ਕਹੀਆ ਬਹੁਤਾ ਹੋਏ ਵੀ ਪਰਮਾਤਮਾ ਬਾਰੇ ਜਿੰਨਾ ਵੀ ਆਪਾਂ ਬਹੁਤ ਕਹੀ ਜਾਂਦੇ ਹਾਂ ਉਨਾ ਹੀ ਉਹ ਹੋਰ ਬਹੁਤ ਹੈ। ਭਾਵ ਜਿੱਥੇ ਜਾ ਕੇ ਸਾਡੀ ਸੀਮਾ ਖਤਮ ਹੋ ਜਾਂਦੀ ਹੈ, ਪਰਮਾਤਮਾ ਉੱਥੋਂ ਸ਼ੁਰੂ ਹੁੰਦਾ ਹੈ। ਤੇ ਸਤਿਗੁਰੂ ਜੀ ਰਹਾਉ ਵਾਲੇ ਬੰਦ ਵਿੱਚ ਕਿਰਪਾ ਕਰ ਰਹੇ ਨੇ, ਹਰ ਕੀ ਅਕਥ ਕਥਾ ਸੁਨੋ ਜਨ ਭਾਈ।
हे सज्जणों, हे प्यारे मित्रों, हे प्रभु प्यारिओ, परमात्मा की सिफत सलाह नूं, परमात्मा की अकथ कथा नूं सुनना चाहिए, जिन्हों सुनने दे नाल जित सहसा दुख भूख सब लै जाए। जिंदगी दे जितने सहम डर ने, जितनी साडी जिंदगी दे विच भुख वरदी है जां जिन्ने दुख ने, ये खत्म हो जाते हैं जदों असी परमात्मा की कथा विचार नाल जुड़ते हाँ, अपने जीवन में उन्होंने धारण करते हैं। इसे करके कहा गया, जिन्नियां भी संसार विच कथा कहानियां ने, सब ते उत्तम हर की कथा। हुण सब ते उत्तम हर की कथा का यह भाव नहीं भी गुरबाणी पाठ नालों जां कीर्तन नालों कथा उत्तम है। नहीं, गुरबाणी पाठ भी उत्तम है, गुरबाणी कीर्तन भी उत्तम है। सब ते उत्तम हर की कथा का मतलब भी जिन्नियां भी संसार विच कथा कहानियां ने, उन्हां सारियां कथा कहानियां विचों परमात्मा की कथा उत्तम है, क्योंकि नाम सुनत दर्द दुख लथा। कर हर कर्म श्रवण हर कथा, हर दरगह नानक उजल मथा। ये वो कथा है जिन्हों सुनने दे नाल मुख उजला हुंदा है, असी सुरखरू हो के अपना जीवन सफला करके इस लोक तो परलोक वाले पासे तुरदे हाँ, परमात्मा वाले पासे तुरदे हाँ। तो साहब कहते जदों सचमुच कोई परमात्मा दीयां कथा कहानियां नाल जुड़ जावे तो सतगुरु जी उहदे तो बलहार जाते ने। सद बलहारी तिना जे सुनते हर कथा, पूरे ते प्रधान निवावै प्रभ मथा। इसलिए सतगुरु गुरु रामदास कृपा कर रहे हैं कि परमात्मा की जिहड़ी अकथ कथा है, सिफत सलाह है, भाई इनू सुनो। वो अकथ कथा की है भी जिन्होंने लोग नीवें कहिंदे सन, जिन्होंने पतत जात वाले कहिंदे सन, जिन्होंने कहिंदे सन कि इन्हों धर्मी बनने का कोई अधिकार नहीं, परमात्मा ने उन्होंने धर्मी बना दिता, उन्होंने उच्चियां कर दिता। नीचा ऊच करे मेरा गोबिंद, काहू ते ना डरै, जाकी छोत जगत को लागै, तां पर तू ही डरै। परमात्मा की ये कथ कथा है, ये वडियाई है, क्योंकि मनु सिमरती ने खास करके भारती लोक नीच किवें बने, जे किते समा मिले तो पुस्तक जरूर पढ़िओ। उहदे विच जिक्र आउंदा है कि मनु सिमरती दे विच जदों वर्ण वंड जिहड़ी सी ओह पाई गई, ये मन्निया गया कि ब्राह्मण ब्रह्मा के मुख तो पैदा होया श्रेष्ठ है, उन्होंने सिर मन्निया गया। खत्री बावां तो पैदा होया, इस करके उहदा काम केवल सूरमताई है, जंगां युद्धां विच लड़ना है। वैश बारे कहा कि वह पेट तो पैदा होया, इस करके वो तुर फिर के वपार आदि करे। तो शूदर नूं नीवें लोकां नूं ये कहा गया भी ये ब्रह्मा के पैरों तो पैदा होए ने, ये केवल पराई किरत करन। पर सतगुरु जी ने जदों वेख्या तो कहण लगे, एडी वड्डी बेइंसाफी भी जे एक शरीर विच चारे अंग होण ते फिर शरीर मुकम्मल है। जे किस दा सिर होवे ते थल्लियों बाहां, थल्लियों पेट, थल्लियों पैर होण ही ना, तो वह बंदा कोई कर सकदा संसार विच? जे कोई अकला ब्राह्मण है, वो कला सिर ही है, उसकी की महानता है? जदों कोई किसी नूं सत्कार दिंदा, कदे किसी ने सिर नूं मत्था नहीं टेकिया, लोकी पैरी पैंदे ने, क्योंकि पैर सिर तो महान ने, पैरां दे आसरे ते सिर खड़िया है। तो सचमुच जिहड़ी अमीरी गरीबी दे आसरे ते खड़ी है। बनेरे वाली इट महान नहीं, इट तां थल्ले वाली महान है। जे थल्ले वाली इट खिसक जावे तो पूरे दा पूरा मकान ही ढह ढेरी हो सकता है। फिर कौन गरीब ते कौन अमीर? इक्को मिट्टी तो बनिया इटां, एक थल्ले लगदी एक उपर लगदी, फिर मकान बनता। इस तरह परमात्मा की रचना विच कोई गरीब है, कोई अमीर है। पर साहब कहते किसी नूं जात पात इलाके करके वितकरे करके ये वंड नहीं पाउणी चाहिदी। जिवें इक्को शरीर विच चारे अंग होने जरूरी ने, इस तरह इक्को मनुख दे विच ब्राह्मण पुणा भी होवे, वो रब की भगती भी करे। उहदे विच छतरी पुणा भी होवे, वो अपनी ते अपने देश की अपनियां दी राखी करन दी समर्था रखदा होवे। उहदे विच वैश पुणा भी होवे, कोई ना कोई वो कार विहार वपार कर सके। ते फिर शूदर ही क्यों पराई किरत? साहब कहते मेरा सिख गुरुद्वारे जाके जोड़े साफ करेगा, दरियां झाड़ेगा, लंगर पकावेगा, दूजियां दी सेवा विच हाजिर होवेगा। ये गुण इक्को मनुख दे अंदर सतगुरां ने भर दिते।
ਤੇ ਨਾਲ ਸਮਝਾ ਦਿੱਤਾ ਕਿ ਮੁਕੰਮਲ ਜੀਵਨ ਉਹ ਹੈ ਜਿਸ ਜੀਵਨ ਦੇ ਵਿੱਚ ਇਹ ਚਾਰੇ ਗੁਣ ਨੇ। ਮਨੂ ਸਿਮਰਤੀ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਵੀ ਉੱਚੀ ਜਾਤ ਵਾਲਾ ਮਨੁੱਖ ਜਾਂ ਬ੍ਰਾਹਮਣ ਕਿੰਨਾ ਵੀ ਮੂਰਖ ਕਿਉਂ ਨਾ ਹੋਵੇ, ਕਿੰਨਾ ਵੀ ਗੁਨਾਹ ਕਿਉਂ ਨਾ ਕਰੀ ਜਾਵੇ, ਉਹਨੂੰ ਫਿਰ ਵੀ ਸ੍ਰੇਸ਼ਟ ਕਹਿਣਾ ਚਾਹੀਦਾ। ਤੇ ਕੋਈ ਗਰੀਬ ਕਿੰਨਾ ਵੀ ਗੁਣਵਾਨ ਕਿਉਂ ਨਾ ਹੋਵੇ, ਕਿੰਨਾ ਵੀ ਭਲੇ ਕਰਮ ਕਿਉਂ ਨਾ ਕਰੇ, ਉਹਨੂੰ ਕਦੇ ਆਦਰ ਸਤਿਕਾਰ ਨਹੀਂ ਦੇਣਾ ਚਾਹੀਦਾ। ਇਹ ਮਨੂ ਸਿਮਰਤੀ ਦੇ ਬੋਲ ਨੇ। ਸੇਵੀਐ ਵਿਪਰ ਗਿਆਨ ਗੁਣਹੀਨਾ, ਸ਼ੂਦਰ ਨਾ ਸੇਵੀਐ ਗਿਆਨ ਪਰਬੀਨਾ। ਪਰ ਮੇਰੇ ਸਤਿਗੁਰੂ ਜੀ ਨੇ ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾऊं, ਤਬੈ ਗੋਬਿੰਦ ਸਿੰਘ ਨਾਮ ਕਹਾऊं। ਇਨ ਗਰੀਬ ਸਿੱਖਨ ਕੋ ਦਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਲਕ ਭਾਗੋ ਨੂੰ ਛੱਡ ਕੇ ਭਾਈ ਲਾਲੋ ਜੀ ਨੂੰ ਨਵਾਜਣਾ, ਔਰ ਜਪਜੀ ਸਾਹਿਬ ਦੇ ਵਿੱਚ ਆਪਣੇ ਲਈ ਇਹ ਸ਼ਬਦ ਵਰਤਨੇ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ। ਚੌਥੇ ਪਾਤਸ਼ਾਹ ਵੱਲੋਂ ਆਪਣੇ ਲਈ ਇਹ ਸ਼ਬਦ ਵਰਤਨੇ, ਇਹ ਨੀਚ ਕਰਮ ਹਰ ਮੇਰੇ। ਏਡੀ ਵੱਡੀ ਨਿਮਰਤਾ। ਨਹੀਂ ਤਾਂ ਜਿਹੜਾ ਥੋੜ੍ਹੀ ਜਿਹੀ ਸ਼ਕਤੀ ਪ੍ਰਾਪਤ ਕਰ ਲੈਂਦਾ ਸੀ ਉਹ ਕਹਿੰਦਾ ਸੀ ਅਹੰ ਬ੍ਰਹਮ, ਮੈਂ ਸ੍ਰੇਸ਼ਟ ਹਾਂ, ਬਾਕੀ ਸਾਰੇ ਮੇਰੀ ਉਮਤ ਨੇ। ਇੱਥੇ ਕਿਹਾ ਜਾਂਦਾ ਸੀ ਕਿ ਉੱਚੀ ਜਾਤ ਵਾਲਾ ਬ੍ਰਾਹਮਣ ਗਵਾਲਾ ਹੈ, ਬਾਕੀ ਲੋਕ ਕੇਵਲ ਗਊਆਂ ਨੇ। ਵੱਡੇ ਵੱਡੇ ਰਹਿਬਰਾਂ ਵੱਲੋਂ ਕਿਹਾ ਗਿਆ ਕਿ ਉਮਤ ਭੇਡਾਂ ਨੇ, ਮੈਂ ਭੇਡਾਂ ਦਾ ਰਖਵਾਲਾ ਹਾਂ। ਪਰ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਵਰਗਾ, ਗੁਰੂ ਗੋਬਿੰਦ ਸਿੰਘ ਵਰਗਾ ਕੋਈ ਰਹਿਬਰ ਆਉਂਦਾ ਹੈ ਤੇ ਉਹਨਾਂ ਦੇ ਅੰਦਰੋਂ ਇਹ ਆਵਾਜ਼ ਨਿਕਲਦੀ ਹੈ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਸਭ ਕਹਿੰਦੇ ਜੇ ਨੀਚ ਕਹਿਣਾ ਹੈ ਦੂਸਰੇ ਨੂੰ ਨਾ ਕਹੋ, ਆਪਣੇ ਆਪ ਨੂੰ ਕਹੋ। ਔਰ ਵਾਹਦ ਗੁਰੂ ਨਾਨਕ ਸਾਹਿਬ ਜੀ ਐਸੇ ਮਹਾਨ ਮਹਾਂਪੁਰਖ ਨੇ ਜਿਨ੍ਹਾਂ ਨੇ ਆਪਣੇ ਆਪ ਲਈ ਇਹ ਸ਼ਬਦ ਵਰਤਿਆ, ਨਾਨਕ ਨੀਚ ਕਹਿ ਵਿਚਾਰ। ਨਾਨਕ ਦੇ ਕੱਕੇ ਨੂੰ ਵੀ ਔਂਕੜ ਹੈ ਤੇ ਨੀਚ ਦੇ ਚਿੱਚੇ ਨੂੰ ਵੀ ਔਂਕੜ ਹੈ। ਆਪਾਂ ਵੱਖਰਾ ਵੱਖਰਾ ਕਰਕੇ ਨਹੀਂ ਪੜ੍ਹ ਸਕਦੇ, ਇਕੱਠਾ ਪੜ੍ਹਨਾ ਪਵੇਗਾ। ਨਾਨਕ ਨੀਚ ਕਹਿ ਵਿਚਾਰ, ਭਾਵ ਕਿ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਨੀਵਾਂ ਆਖਦੇ ਨੇ। ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਬਣਾਇਆ, ਨਾਲ ਲੈ ਕੇ ਤੁਰੇ, ਭਾਈ ਦਾ ਦਰਜਾ ਦਿੱਤਾ। ਔਰ ਇੱਥੇ ਤੱਕ ਜੇ ਕਿਸੇ ਨੇ ਪੁੱਛਿਆ ਤੁਹਾਡਾ ਨਿਵਾਸ ਕਿੱਥੇ ਆ, ਤੁਹਾਡਾ ਸਾਥ ਕਿੰਨਾ ਨਾਲ ਹੈ, ਤੇ ਸਤਿਗੁਰਾਂ ਦੇ ਬੋਲ ਸਨ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ। ਹੁਣ ਪ੍ਰਮਾਤਮਾ ਦੀ ਇਹ ਅਕਥ ਕਥਾ ਕਿਹੋ ਜੀ ਹੈ ਵੀ ਆਮ ਵਰਨ ਵਾਂਡੇ ਕਹਿੰਦੀ ਸੀ ਵੀ ਫਲਾਣਾ ਇਲਾਕਾ ਮਾੜਾ ਹੈ, ਫਲਾਣੀ ਜਾਤ ਦਾ ਮਨੁੱਖ ਮਾੜਾ ਹੈ, ਫਲਾਣਾ ਇਲਾਕਾ ਚੰਗਾ ਹੈ, ਫਲਾਣੀ ਜਾਤ ਦਾ ਮਨੁੱਖ ਚੰਗਾ ਹੈ। ਪਰ ਸਾਹਿਬ ਕਹਿੰਦੇ ਪ੍ਰਮਾਤਮਾ ਦੀ ਅਕਥ ਕਥਾ ਸੁਣੋ ਵੀ ਜਿਨ੍ਹਾਂ ਨੂੰ ਲੋਕੀ ਦੇਵਤੇ ਕਹਿੰਦੇ ਸਨ ਉਹਨਾਂ ਦੇ ਘਰ ਤੇ ਸ਼ਨਿਸ਼ਰ ਪੈਦਾ ਹੋ ਰਿਹਾ। ਸ਼ਨਿਸ਼ਰ ਨਾਲੋਂ ਕੋਈ ਨਖਿੱਧ ਮੰਨਿਆ ਗਿਆ? ਹੋਰ ਸੂਰਜ ਦੇਵਤੇ ਦੇ ਘਰ ਜਿਹੜਾ ਪੁੱਤਰ ਪੈਦਾ ਹੋਇਆ ਸ਼ਨਿਸ਼ਰ ਅੱਤ ਦਾ ਨਖਿੱਧ, ਤੇ ਫਿਰ ਕਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਦੇਵਤਿਆਂ ਦੇ ਘਰ ਦੇਵਤੇ ਪੈਦਾ ਹੁੰਦੇ ਨੇ। ਦੂਸਰੇ ਪਾਸੇ ਦੈਂਤਾਂ ਦੀ ਕੁੱਲ ਵਿੱਚ ਭਗਤ ਪ੍ਰਹਲਾਦ ਪੈਦਾ ਹੋ ਰਿਹਾ, ਜਿਹਦੇ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਮਾਰੂਥਲ ਵਿੱਚ ਕੌਲ ਫੁੱਲ ਖਿੜਿਆ। ਜਦੋਂ ਮੁਗਲਾਂ ਦੇ ਜ਼ੁਲਮਾਂ ਨੂੰ ਵੇਖ ਕੇ ਸਾਰੇ ਹੀ ਇਹ ਕਹਿ ਰਹੇ ਸਨ ਕਿ ਇਹਨਾਂ ਨੇ ਬਹੁਤ ਵੱਡੇ ਅਪਰਾਧ ਕੀਤੇ, ਤੇ ਉਸ ਵੇਲੇ ਦਾਰਾ ਸ਼ੁਕੋ ਵਰਗੇ ਜਿਨ੍ਹਾਂ ਵੱਲ ਵੇਖ ਕੇ ਗੁਰੂ ਹਰਿਰਾਏ ਮਹਾਰਾਜ ਜੀ ਨੇ ਕਿਹਾ ਸੀ ਇਹ ਮਾਰੂਥਲ ਵਿੱਚ ਕੌਲ ਦਾ ਫੁੱਲ ਖਿੜਿਆ ਹੋਇਆ। ਕਿਵੇਂ ਆਪਾਂ ਕਹਿ ਸਕਦੇ ਹਾਂ ਕਿ ਜ਼ਾਲਮ ਦੇ ਘਰ ਜ਼ਾਲਮ ਹੀ ਪੈਦਾ ਹੋਵੇਗਾ, ਕਿਸੇ ਚੰਗੇ ਮਨੁੱਖ ਦੇ ਘਰ ਕੋਈ ਚੰਗਾ ਹੀ ਪੈਦਾ ਹੋ ਸਕਦਾ? ਕਹਿੰਦੇ ਦੈਂਤਾਂ ਦੇ ਘਰ ਭਗਤ ਪ੍ਰਹਲਾਦ ਪ੍ਰਗਟ ਹੋ ਰਿਹਾ ਹੈ। ਮਥੁਰਾ ਬੜੀ ਪਵਿੱਤਰ ਪੁਰੀ ਆ, ਬੜਾ ਪਵਿੱਤਰ ਸ਼ਹਿਰ ਹੈ, ਪਰ ਕੰਸ ਉੱਥੇ ਹੀ ਰਹਿੰਦੇ ਨੇ। ਲੰਕਾ ਨੂੰ ਅੱਜ ਤੱਕ ਭਾਰਤ ਵਾਸੀ ਨਕਾਰਦੇ ਨੇ, ਪਰ ਭਾਈ ਗੁਰਦਾਸ ਜੀ ਕਹਿੰਦੇ ਲੰਕਾ ਨੂੰ ਮਾੜਾ ਕਹਿਣ ਵਾਲਿਓ, ਰਾਮਚੰਦਰ ਦੇ ਵਿਭੀਖਣ ਸੇਵਕ ਦਾ ਨਿਵਾਸ ਵੀ ਲੰਕਾ ਦੇ ਵਿੱਚ ਹੈ। ਸਮੁੰਦਰ ਨੂੰ ਤੁਸੀਂ ਬੜਾ ਗੰਭੀਰ ਕਹਿੰਦੇ ਹੋ, ਡੂੰਘਾ ਕਹਿੰਦੇ ਹੋ, ਪਰ ਜ਼ਹਿਰ 14 ਰਤਨਾਂ ਦੇ ਸਮੇਤ ਸਮੁੰਦਰ ਵਿੱਚੋਂ ਨਿਕਲਦੀ ਆ, ਤੇ ਜਿਸ ਸੱਪ ਨੂੰ ਨਖਿੱਧ ਕਹਿੰਦੇ ਹੋ, ਕੀਮਤੀ ਮਣੀ ਉਹ ਸੰਭਾਲੀ ਬੈਠਾ। ਕਿਸੇ ਵਰਨ ਇਲਾਕੇ ਕਰਕੇ ਕਿਸੇ ਨੂੰ ਦੀਰਘ ਲਘੂ ਛੋਟਾ ਵੱਡਾ ਨਾ ਕਹੋ। ਇਹ ਪਰਮਾਤਮਾ ਦੀ ਬੜੀ ਬਿਸਮਾਦ ਕਥਾ ਹੈ ਕਿ ਉਹਨੇ ਪਤਾ ਨਹੀਂ ਕਿੱਥੇ ਕਿਹੜਾ ਜੀਵ ਪੈਦਾ ਕਰ ਦੇਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ
ਦੈਂਤ ਸੁਤ ਭਗਤ ਪ੍ਰਗਟ ਪ੍ਰਲਾਦ ਭਏ, ਦੇਵ ਸੁਤ ਜਗ ਮੈਂ ਸਨੀਚਰ ਬਖਾਨੀਐ। ਮੱਧਪੁਰ ਵਾਸੀ, ਮੱਧਪੁਰ ਕਹਿੰਦੇ ਨੇ ਮਥੁਰਾ ਨੂੰ, ਮੱਧਪੁਰ ਵਾਸੀ ਕੰਸ ਅਦਮ ਅਸੁਰ ਭਏ, ਲੰਕਾ ਵਾਸੀ ਸੇਵਕ ਭੀਖਣ ਪਛਾਨੀਐ। ਸਾਗਰ ਗੰਭੀਰ ਵਿਖੇ ਵਿਖਿਆ ਪ੍ਰਗਾਸ ਪਈ, ਵਿਖਿਆ ਕਹਿੰਦੇ ਨੇ ਜ਼ਹਿਰ ਨੂੰ, ਕਹਿੰਦੇ ਤੁਸੀਂ ਸਮੁੰਦਰ ਨੂੰ ਕਹਿੰਦੇ ਗੰਭੀਰ ਹੈ, ਡੂੰਘਾ ਹੈ, 14 ਰਤਨ, ਪਰ ਜ਼ਹਿਰ ਵੀ ਤਾਂ ਸਮੁੰਦਰ ਵਿੱਚੋਂ ਨਿਕਲੀ ਹੈ ਨਾ। ਸਾਗਰ ਗੰਭੀਰ ਵਿਖੈ ਵਿਖਿਆ ਪ੍ਰਗਾਸ ਪਈ, ਇਹ ਮਨ ਸੱਪ ਦੇ ਮਸਤਕ ਤੇ ਇਹ ਮਸਤਕ ਮਨ ਉਦੈ ਉਨਮਾਨੀਐ। ਇਹ ਕਹਿੰਦੇ ਨੇ ਜ਼ਹਿਰੀਲੇ ਸੱਪ ਨੂੰ, ਕਹਿੰਦੇ ਜ਼ਹਿਰੀਲੇ ਸੱਪ ਦੇ ਮੱਥੇ ਵਿੱਚ ਭਾਵ ਉਹਦੇ ਸਿਰ ਵਿੱਚ ਜਿਹੜੀ ਕੀਮਤੀ ਮਣੀ ਹੈ, ਬਰਨ ਸਥਾਨ ਲਗ ਦੀਰਘ ਜਤਨ ਪਰੈ, ਅਕਥ ਕਥਾ ਬਿਨੋਦ ਬਿਸਮ ਨਾ ਜਾਣੀਐ। ਆ ਜੇ ਪਰਮਾਤਮਾ ਦੀ ਅਕਥ ਕਥਾ ਕਿ ਉਹਨੇ ਸ੍ਰੇਸ਼ਟ ਪੁਰੀਆਂ ਦੇ ਵਿੱਚ ਕੰਸ ਵਰਗੇ ਪੈਦਾ ਕੀਤੇ, ਤੇ ਜਿਨ੍ਹਾਂ ਨੂੰ ਲੋਕੀ ਦੈਂਤ ਕਹਿੰਦੇ ਸਨ ਉੱਥੇ ਭਗਤ ਪ੍ਰਹਲਾਦ ਪੈਦਾ ਕਰ ਦਿੱਤਾ। ਆਓ ਬੜੇ ਪਿਆਰ ਸਹਿਤ ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਪਾਵਨ ਮੁਖ ਵਾਕ ਦੀ ਵਿਚਾਰ ਨਾਲ ਜੁੜਨਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ। ਘਰ ਸੇਵਾ ਇੱਕ ਓੰਕਾਰ। ਸੂਹੀ ਰਾਗ ਵਿੱਚ ਚੌਥੇ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ ਹਨ, ਜਿਸ ਨੂੰ ਛੇਵੇਂ ਘਰ ਵਿੱਚ ਗਾਉਣ ਦੀ ਸਤਿਗੁਰਾਂ ਨੇ ਪ੍ਰੇਰਨਾ ਕੀਤੀ ਹੈ। ਸਭ ਤੋਂ ਪਹਿਲਾਂ ਗਰੀਬ ਨਵਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਇਸ਼ਟ ਮੰਨ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਦਾ ਮੰਗਲ ਕੀਤਾ ਕਿ ਪ੍ਰਮਾਤਮਾ ਇੱਕ ਹੈ, ਅਦੁੱਤੀ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਉਹ ਸਰਬ ਵਿਆਪਕ ਹੈ ਤੇ ਸਰਬ ਦਾ ਪ੍ਰਕਾਸ਼ਕ ਹੈ, ਭਾਵ ਉਹਦੀ ਹੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਤੇ ਚੱਲ ਰਹੀ ਹੈ। ਉਹ ਸਤ ਸਰੂਪ ਹੈ। ਇਸ ਕਰਕੇ ਸੱਚੇ ਗੁਰੂ ਦੀ ਕਿਰਪਾ, ਸੱਚੇ ਗੁਰੂ ਦੇ ਪ੍ਰਸਾਦ ਦੁਆਰਾ ਹੀ ਉਹਦੀ ਪ੍ਰਾਪਤੀ ਹੋ ਸਕਦੀ ਹੈ। ਸਤਿਗੁਰ ਪ੍ਰਸਾਦ ਭਾਵ ਕਿ ਉਹ ਇੱਕ ਹੈ ਤੇ ਗੁਰੂ ਕਿਰਪਾ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ। ਨੀਚ ਜਾਤ ਹਰ ਜਪਤਿਆ, ਉੱਤਮ ਪਦਵੀ ਪਾਏ। ਇਹ ਭਾਈ, ਜਿਨ੍ਹਾਂ ਨੂੰ ਲੋਕੀ ਅਖੌਤੀ ਨੀਵੀਂ ਜਾਤ ਦੇ ਆਖਦੇ ਸਨ, ਵੈਸੇ ਪ੍ਰਮਾਤਮਾ ਦੀ ਨਜ਼ਰ ਵਿੱਚ ਕੋਈ ਉੱਚਾ ਨੀਵਾਂ ਨਹੀਂ, ਕਿਉਂਕਿ ਸਾਰੇ ਇੱਕ ਪਰਮਾਤਮਾ ਦੇ ਬਣਾਏ ਹੋਏ ਜੀਵ ਨੇ। ਜਿਵੇਂ ਅਸੀਂ ਧੁਰ ਕੀ ਬਾਣੀ ਵਿੱਚ ਵੀ ਪੜ੍ਹਦੇ ਹਾਂ, ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਇੱਕੋ ਮਿੱਟੀ ਤੋਂ ਪਰਮਾਤਮਾ ਨੇ ਕੀੜੀ ਤੋਂ ਲੈ ਕੇ ਹਾਥੀ ਤੱਕ ਵੱਖਰੇ ਵੱਖਰੇ ਇਹ ਭਾਂਡੇ, ਇਹ ਜੀਵ ਜਿਹੜੇ ਨੇ ਬਣਾਏ ਨੇ। ਤੇ ਜਦੋਂ ਸਾਡੇ ਸਾਰਿਆਂ ਦਾ ਅਸਲਾ ਇੱਕ ਹੈ, ਫਿਰ ਕੌਣ ਮਾੜਾ ਤੇ ਕੌਣ ਚੰਗਾ? ਸਭ ਕਹਿੰਦੇ ਜੇ ਮਾੜਾ ਜਾਂ ਚੰਗੇ ਦਾ ਨਿਰਣਾ ਕਰਨਾ, ਉਹ ਉਹਦੇ ਕਰਮਾਂ ਕਰਕੇ ਕਰੋ। ਉੱਤਮ ਸੇਦਰ ਉੱਤਮ ਕਈਆਂ ਨੀਚ ਕਰਮ ਬਹਿ ਰੋਏ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜਿਹਦੀ ਜ਼ਿੰਦਗੀ ਵਿੱਚ ਸ਼ੁਭ ਅਮਲ ਨਹੀਂ, ਉਹਨੂੰ ਦੁਖੀ ਹੋਣਾ ਪਵੇਗਾ, ਚਾਹੇ ਉਹ ਕਿਸੇ ਜਾਤ ਨਾਲ ਵੀ, ਬਰਾਦਰੀ ਨਾਲ ਜਾਂ ਇਲਾਕੇ ਨਾਲ ਕਿਉਂ ਨਾ ਸੰਬੰਧ ਰੱਖਦਾ ਹੋਵੇ। ਗੁਰੂ ਗਰੀਬ ਨਵਾਜ ਕਿਰਪਾ ਕਰ ਰਹੇ ਨੇ, ਜਿਨ੍ਹਾਂ ਨੂੰ ਲੋਕੀ ਨੀਵੀਂ ਜਾਤ ਦੇ ਆਖਦੇ ਸਨ। ਵੇਖੋ, ਜਦੋਂ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਉਹਨਾਂ ਨੇ ਪ੍ਰਮਾਤਮਾ ਨੂੰ ਜਪਿਆ, ਉਹਨਾਂ ਨੂੰ ਉੱਤਮ ਪਦਵੀ ਪ੍ਰਾਪਤ ਹੋਈ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ। ਇਸੇ ਤਰ੍ਹਾਂ ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਨੀ ਗਹੀਰਾ। ਜਾਂ ਸਮੁੱਚੇ ਰੂਪ ਵਿੱਚ ਆਪਾਂ ਕਹਿ ਲਈਏ, ਜਿਸ ਨੀਚ ਕੋ ਕੋਊ ਨਾ ਜਾਣੈ, ਨਾਮ ਜਪ ਤੋ ਚੌਂ ਕੁੰਟ ਮਾਨੈ, ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਦੇ ਵਿੱਚ ਚਮਰੇਟਾ। ਭਾਈ ਗੁਰਦਾਸ ਜੀ ਕਹਿੰਦੇ, ਦੁਨੀਆ ਦੇ ਲੋਕੋ, ਜੇ ਜਾਤ ਨੂੰ ਆਪਾਂ ਰੇਸ਼ਮ ਦਾ ਕੱਪੜਾ ਮੰਨ ਲਈਏ ਤੇ ਸੱਚਮੁੱਚ ਰੇਸ਼ਮ ਦੇ ਕੱਪੜੇ ਵਿੱਚ ਲਪੇਟੀਆਂ ਹੋਣ ਠੀਕਰੀਆਂ, ਤੇ ਉਹਨਾਂ ਦੀ ਕੋਈ ਕੀਮਤ ਨਹੀਂ ਜੇ। ਤੇ ਜਿਨ੍ਹਾਂ ਨੂੰ ਤੁਸੀਂ ਨੀਵੀਂ ਜਾਤ ਵਾਲੇ ਮੈਲੇ ਕੁਚੈਲੇ ਚੀਥੜੇ ਸਧਾਰਨ ਜਿਹਾ ਕੱਪੜਾ ਮੰਨੀ ਬੈਠੇ ਹੋ, ਜੇ ਕਿਤੇ ਉਹਨਾਂ ਮੈਲੇ ਕੁਚੈਲੇ ਚੀਥੜਿਆਂ ਦੇ ਵਿੱਚ ਕੀਮਤੀ ਲਾਲ ਭਗਤ ਪੈਦਾ ਹੋ ਜਾਣ, ਤੇ ਉਹਨਾਂ ਦੀ ਚਾਰਾਂ ਯੁੱਗਾਂ ਦੇ ਵਿੱਚ, ਚਾਰਾਂ ਕੋਨਿਆਂ ਦੇ ਵਿੱਚ ਪ੍ਰਸਿੱਧੀ ਹੋ ਜਾਂਦੀ ਹੈ। ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਜਿਵੇਂ ਆਸਾ ਦੀ ਵਾਰ ਵਿੱਚ ਜ਼ਿਕਰ ਹੈ
ਕਿ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਰਥ ਜੇ ਨਾਵੇਂ ਉਤਰੈ ਨਾਹੀ ਮੈਲ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਜਿਹੜੇ ਬਾਹਰੋਂ ਗੁੱਦੜ ਨੇ, ਟਾਕੀਆਂ ਨੇ, ਲੀਰਾਂ ਨੇ, ਆਮ ਕੋਈ ਉੱਚੀ ਜਾਤ ਨਹੀਂ, ਪਰ ਅੰਦਰੋਂ ਰੇਸ਼ਮ ਬਣ ਗਏ ਪ੍ਰਮਾਤਮਾ ਦਾ ਨਾਮ ਜਪ ਕੇ। ਜਿਵੇਂ ਭਗਤ ਰਵਿਦਾਸ ਜੀ ਨੇ ਬਚਨ ਕਹੇ ਨੇ ਕਿ ਤੁਮ ਚੰਦਨ ਹਮ ਇਰੰਡ ਬਪਰੇ ਸੰਗ ਤੁਮਾਰੇ ਵਾਸਾ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ। ਫਿਰ ਪ੍ਰਭੂ ਜੇ ਇਹ ਸਾਨੂੰ ਨੀਵੇਂ ਵੀ ਆਖਦੇ ਨੇ ਤੇ ਤੁਸੀਂ ਚੰਦਨ ਹੋ ਤੇ ਅਸੀਂ ਮੰਨ ਲਈਏ ਵੀ ਅਰਿੰਡਾ। ਤੁਹਾਡੀ ਸੰਗਤ ਕਰਕੇ ਅਸੀਂ ਨੀਵਿਆਂ ਤੋਂ ਉੱਚੇ ਬਣ ਗਏ ਤੇ ਇਹ ਉੱਚੀ ਕੁੱਲ ਵਿੱਚ ਪੈਦਾ ਹੋ ਕੇ ਵੀ ਕਰਮਕਾਂਡ ਤੇ ਵਹਿਮਾਂ ਭਰਮਾਂ ਵਿੱਚ ਪੈ ਕੇ ਨਖਿੱਧ ਕਰਮ ਕਰੀ ਜਾਂਦੇ ਨੇ। ਇਹ ਅਜੇ ਵੀ ਸ੍ਰੇਸ਼ਟ ਨਹੀਂ ਬਣ ਸਕੇ। ਭਗਤ ਰਵਿਦਾਸ ਜੀ ਨੇ ਸਪਸ਼ਟ ਕੀਤਾ, ਮੈਂ ਤਾਂ ਚਮੜੇ ਦਾ ਕੰਮ ਕਰਦਿਆਂ ਕਰਦਿਆਂ ਸਰੀਰ ਰੂਪੀ ਚਮੜੇ ਤੋਂ ਖਲਾਸੀ ਪ੍ਰਾਪਤ ਕਰ ਲਈ। ਤੇ ਜਿਹੜੇ ਲੋਕ ਆਖਦੇ ਨੇ ਇਹ ਕਾਲਾ ਚਮੜਾ, ਇਹ ਗੋਰਾ ਚਮੜਾ, ਅਜੇ ਵੀ ਉਹ ਆਪਣੇ ਅੰਦਰ ਚਮੜੇ ਦੀ ਬਿਰਤੀ ਲੈ ਕੇ ਬੈਠੇ ਹੋਏ ਨੇ। ਕਿਉਂਕਿ ਚਮਰਟਾ ਗਾਂਠ ਨ ਜਨਈ ਲੋਕ ਗਠਾਵੈ ਪਨਹੀ ਆਰ ਨਹੀਂ ਜੇ ਤੋਪੋ ਨਾ ਹੀ ਰਾਂਬੀ ਠਾਓ ਰੋਪੋ ਲੋਗ ਗੰਠ ਗੰਠ ਖਰਾ ਬਿਗੂਚਾ ਹੋਂ ਬਿਨ ਗਾਂਠੇ ਜਾਏ ਪਹੁੰਚਾ ਰਵਿਦਾਸ ਜਪੈ ਰਾਮ ਨਾਮਾ ਮੋਹਿ ਜਮ ਸਿਓ ਨਾ ਹੀ ਕਾਮਾ। ਸਾਹਿਬ ਕਹਿੰਦੇ ਜਿਨ੍ਹਾਂ ਨੂੰ ਲੋਕੀ ਫਾਲਨ ਕਾਸਟ, ਨੀਵੀਂ ਜਾਤ ਵਾਲੇ ਕਹਿੰਦੇ ਸਨ, ਉਹਨਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਵੇਖੋ ਉੱਤਮ ਪਦਵੀ ਪ੍ਰਾਪਤ ਕਰ ਲਈ ਹੈ। ਊਸ਼ੋ ਬਿਦਰ ਦਾਸੀ ਸੁੱਤਾ ਕਿਸਨ ਉਤਰਿਆ ਘਰ ਜਿਸ ਜਾਈ। ਸਤਿਗੁਰੂ ਜੀ ਉਹਨਾਂ ਲੋਕਾਂ ਨੂੰ ਉਹਨਾਂ ਦੀ ਉਦਾਹਰਨ ਦੇ ਕੇ ਸਮਝਾ ਰਹੇ ਨੇ ਵੀ ਵੇਖੋ ਤੁਸੀਂ ਉੱਚੀ ਨੀਵੀਂ ਜਾਤ ਦੇ ਵਿਤਕਰੇ ਪਾਉਂਦੇ ਹੋ ਨਾ, ਤੇ ਤੁਹਾਡੇ ਕ੍ਰਿਸ਼ਨ ਜੀ ਬਾਰੇ ਇਹ ਪ੍ਰਸਿੱਧ ਹੈ ਕਿ ਉਹ ਇੱਕ ਦਾਸੀ ਪੁੱਤਰ ਬਿਦਰ ਦੇ ਘਰ ਜਾ ਕੇ ਠਹਿਰੇ ਸਨ। ਉਹਨਾਂ ਨੇ ਦੁਰਯੋਧਨ ਰੂਪੀ ਰਾਜੇ ਜਾਂ ਹੋਰ ਵੱਡੀਆਂ ਵੱਡੀਆਂ ਮਹਿਲ ਮਾੜੀਆਂ ਦੇ ਮਾਲਕ ਜਾਂ ਰਾਜ ਭਾਗ ਦੇ ਮਾਲਕ ਜਾਂ ਉੱਚ ਜਾਤੀ ਵਾਲੇ ਲੋਕਾਂ ਦੀ ਪਰਵਾਹ ਨਾ ਕੀਤੀ। ਜੇ ਸਾਡੇ ਤੇ ਵਿਸ਼ਵਾਸ ਨਹੀਂ ਤੇ ਜਾਓ ਜਾ ਕੇ ਪੁੱਛ ਲਵੋ, ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ। ਭਗਤ ਕਬੀਰ ਸਾਹਿਬ ਜੀ ਨੂੰ ਜਦੋਂ ਜੁਲਾਹਾ ਜੁਲਾਹਾ ਕਹਿ ਕੇ ਉੱਚ ਜਾਤੀ ਵਾਲੇ ਭੰਡ ਰਹੇ ਸਨ, ਉਹਨਾਂ ਨੇ ਕਿਹਾ ਠੀਕ ਹੈ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੈ ਹਾਰ, ਪਰ ਮੈਂ ਬਲਹਾਰ ਜਾਵਾਂ ਜਿਸ ਘਰਾਣੇ ਵਿੱਚ ਪੈਦਾ ਹੋ ਕੇ ਮੈਂ ਏਡੀ ਵੱਡੀ ਉੱਚੀ ਪਦਵੀ ਪ੍ਰਾਪਤ ਕਰ ਲਈ ਹੈ। ਕਹਿਣ ਲੱਗੇ ਮੈਨੂੰ ਹੁਣ ਇਸ ਜਾਤ ਦੀ ਵੀ ਕੋਈ ਪਰਵਾਹ ਨਹੀਂ, ਮੈਂ ਤਾਂ ਸਭ ਜਾਤ ਪਾਤ ਦੇ ਬੰਧਨ ਤੋੜ ਦਿੱਤੇ ਨੇ ਪ੍ਰਮਾਤਮਾ ਦੀ ਭਗਤੀ ਕਰਕੇ। ਪਰ ਉਹਨਾਂ ਉਦਾਹਰਨ ਦਿੱਤੀ ਹੈ, ਕਹਿਣ ਲੱਗੇ ਤੁਹਾਡੀ ਇਹ ਸਾਖੀ ਹੈ ਨਾ, ਪੂਰੇ ਸ਼ਬਦ ਵਿੱਚ ਉਹ ਸਾਖੀ ਦਾ ਹਵਾਲਾ ਦੇ ਕੇ ਅਖੀਰਲੀ ਪੰਕਤੀ ਵਿੱਚ ਉਹਨਾਂ ਨੇ ਜ਼ਿਕਰ ਕੀਤਾ। ਕਹਿਣ ਲੱਗੇ ਤੁਹਾਡੇ ਕ੍ਰਿਸ਼ਨ ਦੀ ਤਾਂ ਇੱਕ ਘਟਨਾ ਹੈ, ਜਿਸ ਰੱਬ ਨੂੰ ਮੈਂ ਮੰਨਦਾ ਉਹ ਕਦੇ ਨੀਵਿਆਂ ਦੀ ਜਾਤ ਨਹੀਂ ਵਿਚਾਰਦਾ, ਕਦੇ ਉੱਚੀ ਜਾਤੀ ਵਾਲਿਆਂ ਦਾ ਡਰ ਨਹੀਂ ਮੰਨਦਾ, ਕਿਸੇ ਦੀ ਉਹ ਪਰਵਾਹ ਨਹੀਂ ਜੇ ਮੰਨਦਾ। ਉਹਨਾਂ ਨੇ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ ਕਿਹਾ ਸੀ ਨਾ ਕ੍ਰਿਸ਼ਨ ਜੀ ਨੇ ਦੁਰਯੋਧਨ ਨੂੰ, ਰਾਜਨ ਕੌਣ ਤੁਮਾਰੇ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੈ ਹਸਤੀ ਦੇਖ ਭਰਮ ਤੇ ਭੂਲਾ ਸ਼੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਹਾਨੀ। ਇੱਥੇ ਤੱਕ ਉਹਨਾਂ ਦੀ ਸਾਖੀ ਦਾ ਹਵਾਲਾ ਹੈ। ਤੇ ਅੱਗੇ ਫਿਰ ਜ਼ਿਕਰ ਕੀਤਾ, ਕਹਿਣ ਲੱਗੇ ਕਬੀਰ ਕੋ ਠਾਕਰ ਅਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ। ਤੁਹਾਡੇ ਕ੍ਰਿਸ਼ਨ ਦੀ ਤੇ ਇੱਕ ਸਾਖੀ ਹੈ, ਪਰ ਜਿਹੜਾ ਕਬੀਰ ਦਾ ਠਾਕਰ ਹੈ ਨਾ ਬੜਾ ਆਨੰਦ ਬਨੋਦੀ ਹੈ। ਉਹ ਕਦੇ ਕਿਸੇ ਦੀ ਜਾਤ ਨਹੀਂ ਵਿਚਾਰਦਾ, ਉਹ ਹਮੇਸ਼ਾ ਗਰੀਬ ਨਵਾਜ ਹੈ। ਕਹਿੰਦੇ ਜਿਸ ਰੱਬ ਨਾਲ ਮੈਂ ਜੁੜਿਆ ਨਾ ਉਹ ਤੇ ਸਦਾ ਹੀ ਗਰੀਬ ਨਵਾਜ ਹੈ। ਕਬੀਰ ਕੋ ਠਾਕਰ ਆਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ। ਬੜਾ ਰੁੱਖਾ ਹੋ ਕੇ ਦੁਰਯੋਧਨ ਕਹਿਣ ਲੱਗਾ ਕਿ ਤੁਸੀਂ ਸਾਡੇ ਮਹੱਲ ਛੱਡ ਕੇ ਤੇ ਇੱਕ ਗਰੀਬ ਬਿਦਰ ਦੇ ਘਰ ਜਾ ਕੇ ਰਾਤ ਕੱਟੀ ਹੈ। ਜੇ ਸਾਡੇ ਘਰ ਨਹੀਂ ਸੀ ਆਉਣਾ, ਭੀਖਮ ਦਰੋਣਾ ਕਰਨ ਵੱਡੇ ਵੱਡੇ ਸਭਾ ਦੇ ਜਿਹੜੇ ਮੁਖੀਏ ਸ਼ਿੰਗਾਰ ਸਨ ਉਹਨਾਂ ਦੇ ਘਰ ਜਾ ਕੇ ਰਾਤ ਕੱਟ ਲੈਣੀ ਸੀ। ਇੱਕ ਝੁੱਗੀ ਵੇ ਜਾ ਕੇ ਰਾਤ ਕੱਟੀ। ਸਾਰਿਆਂ ਦੇ ਮਨ ਅੰਦਰ ਧੁਖ ਧੁਖੀ ਹੈ ਵੀ ਇਹ ਕੀ ਕਰ ਦਿੱਤਾ। ਤੇ ਅੱਗੋਂ ਉੱਤਰ ਮਿਲਿਆ, ਕਹਿਣ ਲੱਗੇ ਤੇਰੇ ਪ੍ਰੇਮ ਨਹੀਂ ਸੀ ਦਿਸਦਾ ਤੇ ਮੈਨੂੰ ਕੋਈ ਬਿਪਤਾ ਨਹੀਂ ਸੀ ਵੀ ਮੈਂ ਤੇਰੇ ਮਹੱਲਾਂ ਵਿੱਚ ਆ ਕੇ ਦੁਖੀ ਹੁੰਦਾ, ਕਿਉਂਕਿ ਉੱਥੇ ਤੇ ਸਾਰੀ ਰਾਤ ਗੁਣ ਗਾਉਂਦਿਆਂ ਬਤੀਤ ਹੋਈ। ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕਹੇ, ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ ਕਿਤ ਹੀ ਕਾਮ ਨ ਧੌਲ ਹਰ ਜਿਤ ਹਰ ਬਿਸਰਾਏ।
ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ, ਆਇਆ ਸੁਣਿਆ ਬਿਦਰਦਾ, ਬੋਲੇ ਦਰਜੋਦਨ ਹੋਏ ਰੁੱਖਾ, ਘਰ ਅਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕੇ ਸੁੱਖਾ। ਕੀ ਸੁੱਖ ਮਿਲਿਆ ਤੈਨੂੰ? ਭੀਖਮ ਦਰੋਣਾ ਕਰਨ ਤਜ ਸਭਾ ਸ਼ਿੰਗਾਰ ਵੱਡੇ ਮਨੁੱਖਾ, ਝੁੰਗੀ ਜਾਏ ਵਲਾਇਓਨ ਸਭਨਾ ਦੇ ਜੀ ਅੰਦਰ ਧੁੱਖਾ। ਹੱਸ ਬੋਲੇ ਭਗਵਾਨ ਜੀ ਸੁਣਿਓ ਰਾਜਾ ਹੋਏ ਸਨਮੁਖਾ, ਤੇਰੇ ਭਾਉ ਨਾ ਦਿਸਈ ਮੇਰੇ ਨਾਹੀ ਅਪਦਾ ਦੁੱਖਾ। ਭਾਉ ਜਵੇਹਾ ਬਿਦਰਦੇ ਹੋਰੀ ਦੇ ਚਿੱਤ ਚਾਉ ਨਾ ਚੁੱਖਾ। ਤੇ ਭਾਈ ਗੁਰਦਾਸ ਜੀ ਕਹਿੰਦੇ, ਗੋਬਿੰਦ ਭਾਉ ਭਗਤ ਕਾ ਭੁੱਖਾ। ਜਿਵੇਂ ਕ੍ਰਿਸ਼ਨ ਜੀ ਨੇ ਰਾਜੇ ਮਹਾਰਾਜਿਆਂ ਨੂੰ ਛੱਡ ਕੇ ਬਿਦਰ ਦੇ ਘਰ ਜਾ ਕੇ ਰਾਤ ਕੱਟੀ, ਪਰਮਾਤਮਾ ਤੇ ਸਦਾ ਹੀ ਪ੍ਰੇਮ ਦਾ ਭੁੱਖਾ ਹੈ, ਉਹਨੂੰ ਪ੍ਰੇਮ ਨਾਲ ਕੋਈ ਯਾਦ ਕਰ ਲਵੇ। ਕਿਉਂਕਿ ਭਾਈ ਗੁਰਦਾਸ ਦੀਆਂ ਵਾਰਾਂ ਪੌੜੀਆਂ ਨੇ, ਤੇ ਪੌੜੀ ਦੀ ਅਖੀਰਲੀ ਤੁਕ ਦੇ ਵਿੱਚ ਜਿਹੜਾ ਅੰਤਰੀਵ ਭਾਵ ਹੁੰਦਾ ਹੈ, ਗੋਬਿੰਦ ਭਾਉ ਭਗਤ ਕਾ ਭੁੱਖਾ। ਕਹਿੰਦੇ ਪਰਮਾਤਮਾ ਦੀ ਤਾਂ ਸਦਾ ਹੀ ਇਹ ਅਕਥ ਕਥਾ ਹੈ ਵੀ ਉਹ ਤੇ ਹੈ ਹੀ ਗਰੀਬ ਨਵਾਜ, ਉਹਨੂੰ ਕਿਸੇ ਰਾਜੇ ਦੀ ਵੀ ਪਰਵਾਹ ਨਹੀਂ, ਉਹਨੂੰ ਕਿਸੇ ਦੀ ਜਾਤ ਹੰਕਾਰ ਦਾ ਵੀ ਪਰਵਾਹ ਨਹੀਂ, ਉਹ ਕਿਸੇ ਤੋਂ ਨਹੀਂ ਜੇ ਡਰਦਾ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵ ਚਾਰ ਕੇ ਝੂਠੇ ਕਰਤ ਦਿਵਾਜਾ। ਇਸ ਕਰਕੇ ਸਾਹਿਬ ਕਹਿ ਰਹੇ ਨੇ, ਵੇਖੋ ਮੇਰੇ ਮਾਲਕ ਦੀ ਕਿਹੋ ਜੀ ਅਕਥ ਕਥਾ ਹੈ। ਹਰ ਕੀ ਅਕਥ ਕਥਾ ਸੁਨਹੁ ਜਨ ਭਾਏ, ਜਿਤ ਸਹਸਾ ਦੁਖ ਭੂਖ ਸਭ ਲਹਿ ਜਾਏ। ਇਸ ਲਈ ਪਰਮਾਤਮਾ ਦੀ ਅਕਥ ਕਥਾ, ਹੇ ਸੱਜਣੋ, ਹੇ ਪਿਆਰੇ, ਹਰੀ ਦੇ ਸੇਵਕੋ ਸੁਣਨੀ ਕਰੋ, ਕਿਉਂਕਿ ਇਹ ਜਿਹੜੀ ਸਿਫਤ ਸਲਾਹ ਹੈ, ਇਹਨੂੰ ਸੁਣਨ ਦੇ ਨਾਲ ਜਿਤ ਸਹਸਾ ਭਾਵ ਸਾਰੇ ਸਹਿਮ, ਦੁਖ ਭੂਖ ਦੁੱਖ ਤੇ ਭੁੱਖ ਸਭ ਲੈ ਜਾਏ, ਕਹਿੰਦੇ ਜ਼ਿੰਦਗੀ ਵਿੱਚੋਂ ਸਮਾਪਤ ਹੋ ਜਾਂਦੇ ਹਨ। ਰਹਾਉ ਭਾਵ ਇਹਨਾਂ ਪਾਵਨ ਤੁਕਾਂ ਵਿੱਚ ਸਤਿਗੁਰੂ ਜੀ ਨੇ ਸ਼ਬਦ ਦਾ ਅੰਤਰੀ ਭਾਵ ਅੰਕਿਤ ਕੀਤਾ ਹੈ। ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ। ਭਗਤ ਰਵਿਦਾਸ ਜੀ ਜਿਹੜੇ ਚਮਾਰ ਕਿਰਤ ਦੇ ਨਾਲ ਸੰਬੰਧਿਤ ਸਨ, ਜਦੋਂ ਉਹਨਾਂ ਨੇ ਪਸ਼ੂਆਂ ਦੀ ਢੋਆ ਢੁਆਈ ਕਰਦਿਆਂ, ਚਮੜੇ ਦਾ ਕੰਮ ਕਰਦਿਆਂ ਪਰਮਾਤਮਾ ਦੀ ਉਸਤਤ ਕੀਤੀ, ਇੱਕ ਨਿਮਖ ਜਿੰਨਾ ਸਮਾਂ ਪਰਮਾਤਮਾ ਦੀ ਕੀਰਤੀ ਗਾ ਕੇ ਕੀ ਪ੍ਰਾਪਤ ਹੋਇਆ, ਅੱਗੇ ਜ਼ਿਕਰ ਕਰਦੇ ਹਨ ਸਤਿਗੁਰੂ ਜੀ। ਪਤਿਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ। ਪਤਿਤ ਜਾਤ ਜਿਹਨੂੰ ਲੋਕੀ ਫਾਲਨ ਕਾਸਟ ਕਹਿੰਦੇ ਸਨ, ਉਹ ਵੇਖੋ ਉੱਤਮ ਪਦਵੀ ਨੂੰ ਪ੍ਰਾਪਤ ਕਰਕੇ ਭਗਤ ਰਵਿਦਾਸ ਜੀ ਮਹਾਂਪੁਰਖ ਬਣ ਗਏ। ਚਾਰ ਵਰਨ ਪਏ ਪਗ ਆਏ, ਚਾਰੇ ਵਰਨਾਂ ਦੇ ਲੋਕ ਆ ਕੇ ਭਗਤ ਰਵਿਦਾਸ ਜੀ ਦੇ ਚਰਨਾਂ ਤੇ ਪੈ ਗਏ। ਹੁਣ ਭਗਤ ਰਵਿਦਾਸ ਜੀ ਨੇ ਵੀ ਆਪ ਵੀ ਸਪਸ਼ਟ ਕੀਤਾ, ਕਹਿਣ ਲੱਗੇ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ। ਹੇ ਬਨਾਰਸ ਵਾਸੀਓ, ਹੇ ਨਗਰ ਦੇ ਰਹਿਣ ਵਾਲੇ ਲੋਕੋ, ਮੇਰੀ ਪ੍ਰਗਟ ਤੌਰ ਤੇ ਪ੍ਰਤੱਖ ਮੇਰੀ ਜਿਹੜੀ ਕਿਰਤ ਹੈ ਉਹ ਚਮੜੇ ਦੀ ਹੈ, ਪਰ ਮੈਂ ਹਿਰਦੇ ਦੇ ਵਿੱਚ ਪਰਮਾਤਮਾ ਦੇ ਗੁਣ ਗਾਉਂਦਾ ਹਾਂ। ਇਸ ਕਰਕੇ ਮੈਂ ਪਰਮਾਤਮਾ ਦੇ ਗੁਣ ਗਾ ਗਾ ਕੇ ਉੱਚੀ ਪਦਵੀ ਪ੍ਰਾਪਤ ਕਰ ਲਈ ਹੈ। ਉਹਨਾਂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਵੀ ਜੇ ਮੰਨ ਲਿਆ ਜਾਵੇ ਉੱਚੀ ਜਾਤ ਗੰਗਾ ਦਾ ਜਲ ਹੈ, ਤੇ ਉੱਚੀ ਜਾਤ ਦਾ ਹੰਕਾਰ ਜਿਹੜਾ, ਮਾੜੇ ਕਰਮ ਜਿਹੜੇ ਨੇ ਉਹ ਸ਼ਰਾਬ ਦੀ ਤਰ੍ਹਾਂ ਨੇ, ਤੇ ਤੁਸੀਂ ਆਪ ਹੀ ਮੰਨਦੇ ਹੋ ਨਾ ਕਿ ਸ਼ਰਾਬ ਗੰਗਾ ਦੇ ਜਲ ਤੋਂ ਵੀ ਤਿਆਰ ਹੋਵੇ, ਤੇ ਜਿਹੜੇ ਮਹਾਂਪੁਰਖ ਨੇ ਇਹਨੂੰ ਪ੍ਰਵਾਨ ਨਹੀਂ ਕਰਦੇ, ਕਿਉਂਕਿ ਸ਼ਰਾਬ ਦਾ ਅਰਥ ਹੀ ਆਪ ਕਹਿੰਦੇ ਨੇ ਪਾਣੀ ਨੂੰ, ਤੇ ਸ਼ਰ ਕਹਿੰਦੇ ਨੇ ਸ਼ਰਾਰਤ ਨੂੰ। ਸ਼ਰਾਰਤ ਦਾ ਪਾਣੀ ਭਾਵ ਜਿਹੜੇ ਮਹਾਂਪੁਰਖ ਪ੍ਰਭੂ ਪਿਆਰੇ ਨੇ, ਉਹ ਤਾਂ ਕੇਵਲ ਅਮਲ ਪ੍ਰਸ਼ਾਦੇ ਦਾ ਰੱਖਦੇ ਨੇ, ਆਤਮਿਕ ਤੌਰ ਤੇ ਅਮਲ ਉਹਨਾਂ ਨੂੰ ਪਰਮਾਤਮਾ ਦੀ ਬੰਦਗੀ ਦਾ ਹੈ। ਇਹੀ ਨੁਕਤਾ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਸੀ, ਜੋਗੀਓ, ਵੀ ਜੇ ਤੁਸੀਂ ਭੰਗ ਪੀਣ ਵਾਲੇ, ਤੁਸੀਂ ਸ਼ਰਾਬ ਦਾ ਸੇਵਨ ਕਰਨ ਵਾਲੇ, ਤੁਸੀਂ ਧਰਮੀ ਹੋ, ਤੇ ਧਰਮੀ ਕਿਹਨਾਂ ਨੂੰ ਕਵਾਂਗੇ? ਜੇ ਅੱਜ ਸੱਚਮੁੱਚ ਕਈ ਧਾਰਮਿਕ ਸਥਾਨ ਐਸੇ ਨੇ ਜਿੱਥੇ ਨਸ਼ਿਆਂ ਨੂੰ ਪ੍ਰਸ਼ਾਦ ਕਹਿ ਕੇ ਕਿਹਾ ਜਾਂਦਾ ਵੀ ਇੱਥੇ ਤੁਸੀਂ ਆਹ ਨਸ਼ਾ ਚੜਾਓ ਤੇ ਆਹ ਮਨੋਕਾਮਨਾ ਪੂਰੀ ਹੋਵੇਗੀ, ਜੇ ਉਹ ਮਸਤ ਫਕੀਰ ਨੇ, ਜੇ ਉਹ ਮਹਾਂਪੁਰਖ ਨੇ, ਜੇ ਉਹ ਭਗਤ ਨੇ, ਤੇ ਆਪਾਂ ਪਾਪੀ ਕਿਹਨਾਂ ਨੂੰ ਕਵਾਂਗੇ? ਇਹ ਪਿਆਕੜ ਲੋਕਾਂ ਦੀ ਕਾਢ ਹੈ ਵੀ ਉਹਨਾਂ ਥਾਵਾਂ ਨੂੰ ਤੁਸੀਂ ਨਸ਼ਿਆਂ ਨਾਲ ਜੋੜ ਦਿਓ ਤੇ ਸਾਡਾ ਵੀ ਉੱਥੇ ਹਲਵਾ ਮੰਡਾ ਚੱਲਦਾ ਰਹੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਕੈਸੇ ਜੋਗੀ ਹੋ, ਕਿਹੜੀ ਖੁਮਾਰੀ ਦੀ ਤੁਸੀਂ ਗੱਲ ਕਰਦੇ ਹੋ? ਰਾਤ ਨੂੰ ਖੁਮਾਰੀ ਚੜ੍ਹਦੀ, ਦਿਨੇ ਉਤਰ ਜਾਂਦੀ ਹੈ। ਪਰਮੇਸ਼ਰ ਦੇ ਨਾਮ ਨਾਲ ਜੁੜੋ, ਦਿਨੇ ਰਾਤ ਮਤਵਾਲੇ ਰਹੋਗੇ। ਇੰਨਾ ਸਮਾਂ ਨਹੀਂ ਕਿ ਮੈਂ ਇਸ ਪਾਸੇ ਜਾਵਾਂ। ਰਹਿਤਨਾਮਿਆਂ ਵਿੱਚ ਵੀ, ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਕਿ ਸਾਹਿਬ ਜੀ ਨੇ
ਨਸ਼ਿਆਂ ਤੋਂ ਵਿਵਰਜਿਤ ਕੀਤਾ। ਮਦਰਾ ਦੈਤਾ ਏਕ ਕੁੱਲ, ਜਿਸ ਘਰ ਵਿੱਚ ਸ਼ਰਾਬ ਆ ਜਾਵੇ ਉਹਦੀ ਇੱਕ ਕੁੱਲ ਗਰਕ ਹੋ ਜਾਂਦੀ ਹੈ। ਮਦਰਾ ਦੈਤਾ ਏਕ ਕੁੱਲ, ਭਾਂਗ ਦਹੈ ਤਨ ਏਕ। ਜਿਹੜਾ ਸਰੀਰ ਭੰਗ ਨਾਲ ਜੁੜ ਗਿਆ ਉਹ ਭੰਗ ਦੇ ਪਹਾੜੇ ਗਿਆ, ਆਪਾਂ ਕਹਿੰਦੇ ਆ ਬੰਦਾ ਭੰਗੜ ਹੋ ਗਿਆ। ਮਦਰਾ ਦੈਤਾ ਏਕ ਕੁੱਲ, ਭਾਂਗ ਦਹੈ ਤਨ ਏਕ। ਜਗਤ ਜੂਠ ਦਹੈ ਸਪਤ ਕੁੱਲ। ਜਗਤ ਜੂਠ, ਤਮਾਕੂ ਜਿਸ ਕੁੱਲ ਵਿੱਚ ਆ ਗਿਆ, ਹੁੱਕਾ ਪੀਣ ਵਾਲੇ, ਬੀੜੀਆਂ ਪੀਣ ਵਾਲੇ, ਤਮਾਕੂ ਖਾਣ ਵਾਲੇ, ਉਹਨਾਂ ਦੀਆਂ ਸੈਂਕੜੇ ਕੁੱਲਾਂ ਤੱਕ ਖਤਰਾ ਬਣ ਜਾਂਦਾ ਕੈਂਸਰ ਵਰਗੇ ਰੋਗ ਦਾ। ਅੱਜ ਸਾਲ ਵਿੱਚ ਇੱਕ ਦਿਨ ਤਮਾਕੂ ਰਹਿਤ ਦਿਵਸ ਮਨਾਇਆ ਜਾਂਦਾ ਹੈ। ਭਾਵ ਸਾਹਿਬ ਜੀ ਨੇ ਇਹ ਸਿੱਖਿਆ ਦਿੱਤੀ ਸੀ, ਨਿੰਦਾ ਦਹੈ ਅਨੇਕ, ਕਿਸੇ ਦੀ ਨਿੰਦਿਆ ਕਰਨੀ, ਬਤਕੋਈ ਕਰੀ ਜਾਣੀ, ਐਵੇਂ ਹੀ ਆਪਣੇ ਆਪ ਨੂੰ ਵਿਹਲਾ ਰੱਖ ਕੇ ਤੇ ਦੂਜਿਆਂ ਦੀ ਨੁਕਤਾਚੀਨੀ ਵਾਲੇ ਪਾਸੇ ਸਮਾਂ ਬਰਬਾਦ ਕਰੀ ਜਾਣਾ, ਸੱਥਾਂ ਵਿੱਚ ਬੈਠ ਕੇ ਤਾਸ਼ ਖੇਡੀ ਜਾਣੀ, ਫਲਾਣਾ ਕਿੱਧਰ ਨੂੰ ਗਿਆ ਜੀ, ਉਹ ਕਿਹੜੇ ਪਾਸੇ ਤੁਰ ਪਿਆ, ਸਾਰਾ ਸਮਾਂ ਐਵੇਂ ਬਰਬਾਦ ਕਰਨਾ ਕਹਿੰਦੇ ਅਨੇਕਾਂ ਕੁੱਲਾਂ ਗਰਕ ਕਰਨ ਦੇ ਤੁੱਲ ਹੈ। ਹੁਣ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਇੱਕ ਸਿੱਖਿਆ ਦਿੱਤੀ ਹੈ, ਕਹਿਣ ਲੱਗੇ ਸੁਰਸਰੀ ਸਲਲ ਕ੍ਰਿਤ ਬਾਰ ਨੀ ਰੇ। ਗੰਗਾ ਦੇ ਜਲ ਤੋਂ ਵੀ ਸ਼ਰਾਬ ਤਿਆਰ ਕੀਤੀ ਹੋਵੇ, ਸੰਤ ਜਨ ਕਰਤ ਨਹੀਂ ਪਾਨੰ, ਪਰ ਪ੍ਰਭੂ ਪਿਆਰੇ ਉਹਨੂੰ ਪ੍ਰਵਾਨ ਨਹੀਂ ਕਰਦੇ, ਉਹਨੂੰ ਪੀਂਦੇ ਨਹੀਂ। ਦੂਸਰੇ ਪਾਸੇ ਭਗਤ ਰਵਿਦਾਸ ਜੀ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਸੁਰਾ ਅਪਵਿੱਤਰ ਨਤ ਅਵਰ ਜਲ ਰੇ। ਸੁਰਸਰੀ ਮਿਲਤ ਹੋਏ ਨਾ ਆਨੰਗ। ਇਹ ਤੁਸੀਂ ਮੰਨਦੇ ਹੋ ਕਿ ਜੇ ਸ਼ਰਾਬ ਵਰਗਾ ਨਖਿੱਧ ਨਸ਼ਾ ਜਾਂ ਕੋਈ ਗੰਦਾ ਪਾਣੀ ਚੁੱਕ ਕੇ ਗੰਗਾ ਵਿੱਚ ਪਾ ਦਈਏ ਤੇ ਉਹ ਗੰਗਾ ਦਾ ਰੂਪ ਹੋ ਜਾਂਦਾ। ਜੇ ਨੀਵੀਂ ਜਾਤ ਨੂੰ ਤੁਸੀਂ ਨਖਿੱਧ ਮੰਨਦੇ ਹੋ ਤੇ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਕੋਈ ਪਰਮਾਤਮਾ ਨਾਲ ਜੁੜ ਗਿਆ, ਉਹ ਤਾਂ ਪਰਮਾਤਮਾ ਦਾ ਰੂਪ ਬਣ ਗਿਆ, ਤੇ ਤੁਸੀਂ ਉੱਚੀ ਜਾਤ ਰੂਪੀ ਗੰਗਾ ਜਲ ਆਪਣੇ ਆਪ ਨੂੰ ਪਵਿੱਤਰ ਮੰਨਣ ਵਾਲੇ ਕੰਮ ਕਰਦੇ ਹੋ ਸ਼ਰਾਬ ਵਰਗੇ ਨਖਿੱਧ, ਹੰਕਾਰ ਕਰਦੇ ਹੋ ਜਾਤ ਦਾ, ਤੇ ਫਿਰ ਸੱਚਮੁੱਚ ਗੰਗਾ ਵਰਗੇ ਜਲ ਤੋਂ ਵੀ ਤਿਆਰ ਕੀਤੀ ਹੋਈ ਸ਼ਰਾਬ ਤੇ ਆਖਰ ਨਸ਼ਾ ਹੀ ਹੈ ਨਾ। ਜਿਵੇਂ ਜ਼ਹਿਰ ਕੋਈ ਖਾ ਲਵੇ, ਮੋਹਰਾ ਚੱਖ ਕੇ ਮਾਰੀਐ ਮਾਰੇ ਪਾਤਸ਼ਾਹ ਸਹਿਸਾਈ। ਸਾਹਿਬ ਕਹਿੰਦੇ ਜ਼ਹਿਰ ਗਰੀਬ ਖਾ ਲਵੇ, ਅਮੀਰ ਖਾ ਲਵੇ, ਰਾਜਾ ਖਾ ਲਵੇ, ਕੰਗਾਲ ਖਾ ਲਵੇ, ਗਿਆਨੀ ਖਾ ਲਵੇ, ਮੂਰਖ ਖਾ ਲਵੇ, ਜ਼ਹਿਰ ਹਰ ਇੱਕ ਨੂੰ ਮਾਰਦੀ ਹੈ। ਮਾੜੇ ਕਰਮ ਹਰ ਇੱਕ ਲਈ ਮਾੜੇ ਨੇ। ਇਹ ਨਹੀਂ ਕਹਿਣਾ ਚਾਹੀਦਾ ਕਿ ਜੇ ਗਰੀਬ ਨੇ ਕੀਤਾ ਤੇ ਉਹਦਾ ਮਾੜਾ ਕਰਮ ਹੋਰ ਤਰ੍ਹਾਂ ਦਾ, ਜੇ ਅਮੀਰ ਨੇ ਕੀਤਾ ਤੇ ਉਹਦਾ ਹੋਰ ਤਰ੍ਹਾਂ ਦਾ, ਜੇ ਘੱਟ ਗਿਣਤੀ ਨੇ ਕੀਤਾ ਤੇ ਉਹਦਾ ਕਰਮ ਹੋਰ ਤਰ੍ਹਾਂ ਦਾ, ਵੱਧ ਗਿਣਤੀ ਨੇ ਕੀਤਾ ਤੇ ਉਹ ਪਵਿੱਤਰ ਹੈ। ਨਹੀਂ, ਇਹ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਤੇ ਉਹਨੂੰ ਆਪਾਂ ਅਰਾਜਕਤਾ ਕਹਿ ਸਕਦੇ ਹਾਂ। ਆ ਕਰੋਨੇ ਦੀ ਗੱਲ ਕਰ ਲਈਏ, ਘੱਟ ਗਿਣਤੀਆਂ ਨੂੰ ਹੋਇਆ ਤੇ ਕਰੋਨਾ ਮੁਸਲਮਾਨ, ਕਰੋਨਾ ਸਿੱਖ, ਤੇ ਜਦੋਂ ਕਿਤੇ ਵੱਡੀਆਂ ਹਸਤੀਆਂ ਨੂੰ, ਜਦੋਂ ਕਿਤੇ ਉੱਚ ਜਾਤੀ ਵਾਲਿਆਂ ਨੂੰ ਜਾਂ ਕਿਤੇ ਬਹੁ ਗਿਣਤੀ ਵਾਲਿਆਂ ਨੂੰ ਹੋਵੇ, ਉਦੋਂ ਕਰੋਨਾ ਪਵਿੱਤਰ ਹੈ। ਪਰ ਇਹ ਐਸੀ ਗੱਲ ਨਹੀਂ ਆ, ਕਰੋਨਾ ਕਰੋਨਾ ਹੀ ਆ, ਕਿਸੇ ਨੂੰ ਹੋ ਜਾਵੇ। ਇਹ ਕਿਸੇ ਜਾਤ ਨਾਲ, ਇਹ ਅਦਾਲਤਾਂ ਵੱਲੋਂ ਵੀ ਕਿਹਾ ਗਿਆ ਕਿ ਕਰੋਨੇ ਨੂੰ ਇਸ ਨਜ਼ਰ ਨਾਲ ਨਹੀਂ ਵੇਖਣਾ ਚਾਹੀਦਾ ਵੀ ਇਹ ਕਿਸੇ ਧਰਮ ਨਾਲ ਜਾਂ ਕਿਸੇ ਜਾਤ ਨਾਲ, ਕਿਸੇ ਕਮਿਊਨਿਟੀ ਨਾਲ ਜਾਂ ਕਿਸੇ ਇਲਾਕੇ ਨਾਲ ਸੰਬੰਧਿਤ ਹੈ। ਨਹੀਂ, ਇਹ ਤੇ ਇੱਕ ਬਿਮਾਰੀ ਹੈ। ਇਸੇ ਤਰ੍ਹਾਂ ਜਦੋਂ ਜਾਤ ਪਾਤ ਦੀ ਗੱਲ ਹੋ ਰਹੀ ਸੀ ਤੇ ਭਗਤ ਰਵਿਦਾਸ ਜੀ ਨੇ ਉਦਾਹਰਨਾਂ ਦੇ ਕੇ ਸਮਝਾਇਆ, ਕਹਿਣ ਲੱਗੇ ਤਰ ਤਾਰ ਅਪਵਿੱਤਰ ਕਰ ਮਾਨੀਆ ਰੇ, ਜੈਸੇ ਕਾਗਰਾ ਕਰਤ ਵਿਚਾਰਨ। ਤਾੜੀ ਦਾ ਦਰਖਤ ਬੜਾ ਨਖਿੱਧ ਹੈ, ਪਰ ਉਹਦੇ ਤੋਂ ਜਦੋਂ ਕਾਗਜ਼ ਤਿਆਰ ਕੀਤਾ ਜਾਵੇ, ਭਗਤ ਭਗਉਤ ਲਿਖਿਆ ਤੇ ਉਪਰੇ ਪੂਜਿਆ ਕਰ ਨਮਸਕਾਰ। ਜਦੋਂ ਪਰਮਾਤਮਾ ਦੀ ਸਿਫਤ ਸਲਾਹ ਦੇ ਸ਼ਲੋਕ ਲਿਖੇ ਜਾਣ, ਲੋਕੀ ਮੱਥਾ ਟੇਕਦੇ ਨੇ, ਪੂਜਦੇ ਨੇ। ਉਹਨਾਂ ਨੇ ਇਹ ਗੱਲ ਪ੍ਰਵਾਨ ਕੀਤੀ, ਕਹਿਣ ਲੱਗੇ ਮੇਰੀ ਜਾਤ ਕੁੱਟ ਬਾਂਡਲਾ, ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ। ਮੇਰੀ ਜਾਤ, ਮੇਰੀ ਬਰਾਦਰੀ ਦੇ ਲੋਕ ਪਸ਼ੂਆਂ ਦੀ ਢੋਆ ਢਵਾਈ ਕਰਦੇ ਨੇ, ਚਮੜੇ ਦੀ ਕਿਰਤ ਕਰਦੇ ਨੇ। ਪਰ ਜਦੋਂ ਮੈਂ ਪਰਮੇਸ਼ਰ ਦਾ ਨਾਮ ਜਪਿਆ ਤੇ ਕਹਿਣ ਲੱਗੇ ਅਬ ਵਿਪਰ ਪ੍ਰਧਾਨ ਤੇ ਕਰੈ ਡੰਡੌਤ, ਤੇਰਾ ਨਾਮ ਸ਼ਰਨਾਏ ਰਵਿਦਾਸ ਦਾਸਾ। ਪ੍ਰਮੁੱਖ ਮੁਖੀ ਬ੍ਰਾਹਮਣ ਜਿਹੜਾ ਉਹ ਆਪਣੇ ਚਾਰੇ ਵਰਨਾਂ ਦੇ ਸਮੇਤ ਆ ਕੇ ਭਗਤ ਰਵਿਦਾਸ ਜੀ ਦੇ ਚਰਨਾਂ ਨਾਲ ਜੁੜ ਗਿਆ, ਕਿਉਂਕਿ ਪਰਮੇਸ਼ਰ ਦੇ ਨਾਮ ਨੂੰ ਜਪਿਆ ਗਿਆ। ਨਾਮ ਦੀ ਇਹ ਵਡਿਆਈ ਹੈ। ਸਾਹਿਬ ਕਿਰਪਾ ਕਰਨੇ ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਾ ਗਾਏ। ਭਗਤ ਰਵਿਦਾਸ ਜੀ ਦੇ ਚਰਨਾਂ ਤੇ ਚਾਰੇ ਵਰਨਾਂ ਦੇ ਲੋਕ ਆ ਕੇ ਪੈ ਗਏ। ਨਾਮ ਦੇ ਪ੍ਰੀਤ ਲਗੀ ਹਰ ਸਿਤੀ, ਲੋਕ ਸ਼ੀਪਾ ਕਹੈ ਬੁਲਾਈ। ਭਗਤ ਨਾਮਦੇਵ ਜੀ, ਜਿਨ੍ਹਾਂ ਨੂੰ ਲੋਕੀ ਸ਼ੀਂਬਾ ਸ਼ੀਂਬਾ ਕਹਿ ਕੇ ਬੁਲਾਉਂਦੇ ਸਨ, ਜਦੋਂ ਪਰਮਾਤਮਾ ਨਾਲ ਉਹਨਾਂ ਦੀ ਪ੍ਰੀਤ ਜੁੜੀ। ਖੱਤਰੀ ਬ੍ਰਾਹਮਣ ਪੇਠ ਦੇ ਛੋਡੇ,
ਹਰ ਨਾਮ ਦਿਓ ਲਿਆ ਮੁਖ ਲਾਈ। ਖੱਤਰੀ ਬ੍ਰਾਹਮਣਾਂ ਵਾਲੇ ਪਾਸੇ ਤਾਂ ਪਿੱਠ ਕਰ ਦਿੱਤੀ ਤੇ ਪ੍ਰਮਾਤਮਾ ਨੇ ਭਗਤ ਨਾਮਦੇਵ ਜੀ ਵਾਲੇ ਪਾਸੇ ਮੁਖ ਕੀਤਾ, ਭਾਵ ਆਪਣੇ ਮੱਥੇ ਲਾਇਆ, ਆਪਣਾ ਦਰਸ਼ਨ ਦਿੱਤਾ, ਭਾਵ ਹੰਕਾਰੀਆਂ ਨਿੰਦਕਾਂ ਵੱਲ ਆਪਣੀ ਪਿਛਾੜੀ ਕਰ ਲਈ ਤੇ ਭਗਤ ਨਾਮਦੇਵ ਜੀ ਨੂੰ ਦਰਸ਼ਨ ਦੇ ਕੇ ਨਵਾਜਿਆ, ਉਹਦੇ ਵੱਲ ਮੁਖ ਕੀਤਾ। ਜਿਵੇਂ ਆਪਾਂ ਰੋਜ਼ ਇਹ ਸਰਵਣ ਕਰਦੇ ਹਾਂ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਭਗਤ ਨਾਮਦੇਵ ਜੀ ਨੇ ਵੀ ਇਹ ਪ੍ਰਵਾਨ ਕੀਤਾ, ਕਹਿਣ ਲੱਗੇ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਆਲਾਵੰਤੀ ਇਹ ਭ੍ਰਮ ਜੋ ਹੈ, ਮੁਝ ਉੱਪਰ ਸਭ ਕੋਪਲਾ, ਸ਼ੂਦ ਸ਼ੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਇਹ ਪੰਡਿਆ ਮੋਕੋ ਢੇਡ ਕਹਿਤ, ਤੇਰੀ ਪੈਜ ਪਛਾਉਂਦੀ ਹੋਇਲਾ। ਤੂੰ ਜੋ ਦਿਆਲ ਕਿਰਪਾਲ ਕਹੀਤ ਹੈ, ਅਤ ਭੁਜ ਭਇਓ ਅਪਾਰਲਾ। ਫੇਰ ਦਿਆ ਦਿਉਰਾ ਨਾਮੇ ਕੋ, ਪੰਡਿयन ਕੋ ਪਿਛਵਾੜਲਾ। ਪੰਡਤਾਂ ਵਾਲੇ ਪਾਸੇ, ਉੱਚੀ ਜਾਤ ਵਾਲੇ ਪਾਸੇ ਪਿਛਵਾੜਲਾ, ਭਾਵ ਪਿਛਾੜੀ ਹੋ ਗਈ, ਤੇ ਦਿਉਰੇ ਦਾ ਮੁਖ ਜਿਹੜਾ ਸੀ, ਮੂੰਹ ਸੀਗਾ, ਉਹ ਭਗਤ ਨਾਮਦੇਵ ਵਾਲੇ ਪਾਸੇ ਹੋ ਗਿਆ, ਕਿਉਂਕਿ ਪਰਮਾਤਮਾ ਨੇ ਹੰਕਾਰੀਆਂ ਨੂੰ ਪਛਾੜ ਦਿੱਤਾ ਤੇ ਭਗਤ ਨਾਮਦੇਵ ਨੂੰ ਆਪਣੇ ਦਰਸ਼ਨ ਦਿੱਤੇ, ਭਾਵ ਉਸ ਪਾਸੇ ਵੱਲ ਆਪਣਾ ਮੂੰਹ ਕਰ ਲਿਆ। ਅੱਜ ਵੀ ਜੇ ਕੋਈ ਜਾਤ ਦਾ ਹੰਕਾਰ ਕਰਦਾ ਹੈ ਤੇ ਪਰਮਾਤਮਾ ਦੀ ਉਹਦੇ ਵੱਲ ਪਿੱਠ ਹੈ, ਤੇ ਜੇ ਕੋਈ ਜਾਤ ਪਾਤ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਪਰਮਾਤਮਾ ਦੀ ਭਗਤੀ ਕਰਨ ਵਾਲਾ ਤੇ ਪਰਮਾਤਮਾ ਦਾ ਉਸ ਪਾਸੇ ਵੱਲ ਮੂੰਹ ਹੈ। ਜਿਵੇਂ ਭਾਈ ਵੀਰ ਸਿੰਘ ਹੋਣਾ ਨੇ ਬੜੇ ਸੋਹਣੇ ਬੋਲ ਲਿਖੇ ਨੇ ਕਿ ਇੱਕ ਵਾਰ ਦੋ ਸੱਜਣ ਕਿਸੇ ਭਾਂਡੇ ਬਣਾਉਣ ਵਾਲੇ ਦੇ ਘਰ ਚਲੇ ਗਏ, ਤੇ ਜਾ ਕੇ ਜਦੋਂ ਭਾਂਡੇ ਵੇਖਣ ਲੱਗੇ ਤੇ ਨੁਕਸ ਕੱਢਣ ਲੱਗ ਪਏ, ਇਹ ਚਿੱਬੇ ਨੇ, ਇਹ ਤਿੜਕੇ ਨੇ, ਪਿੱਲੇ ਨੇ। ਕਹਿੰਦੇ ਭਾਂਡੇ ਬੋਲ ਪਏ, ਕਹਿਣ ਲੱਗੇ ਵੀ ਅਸੀਂ ਆਪ ਬਣੇ ਆ, ਉਹਨੂੰ ਪੁੱਛੋ ਜਿਨ੍ਹਾਂ ਨੇ ਸਾਨੂੰ ਬਣਾਇਆ। ਇੱਕੋ ਮਿੱਟੀ ਤੋਂ ਬਣੇ, ਇੱਕੋ ਆਵੇ ਵਿੱਚ ਪੱਕੇ ਆ, ਤੇ ਸਾਡਾ ਕੀ ਕਸੂਰ ਹੈ। ਸੱਚਮੁੱਚ ਜਦੋਂ ਪਰਮਾਤਮਾ ਨੇ ਔਰਤ ਬਣਾਈ ਹੈ, ਪਰਮਾਤਮਾ ਨੇ ਪੁਰਸ਼ ਬਣਾਇਆ, ਪਰਮਾਤਮਾ ਨੇ ਗਰੀਬ ਬਣਾਇਆ, ਪਰਮਾਤਮਾ ਨੇ ਅਮੀਰ ਬਣਾਇਆ, ਤੇ ਫਿਰ ਕੌਣ ਨਖਿੱਧ ਤੇ ਕੌਣ ਉੱਤਮ। ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਦੇ ਬੋਲ ਨੇ, ਕਹਿਣ ਲੱਗੇ ਰਲ ਦੋ ਚਾਤਰ ਘਰ ਘੁਮਿਆਰਾਂ, ਭਾਂਡੇ ਲੈਣ ਜੋ ਆਏ। ਚਿੱਬੇ ਤਿੜਕੇ ਪਿੱਲੇ ਦੱਸਣ, ਵੇਖੇ ਜਾਂ ਟਣਕਾਏ। ਭਾਂਡੇ ਬੋਲੇ ਸ਼ਾਲਾ ਜੀਓ, ਐਬ ਨਾ ਸਾਡੇ ਫੋਲੋ। ਕੋਈ ਆਪ ਬਣੇ ਆ, ਉਹਨੂੰ ਪੁੱਛੋ ਜਿੰਨਾ ਅਸੀਂ ਬਣਾਏ। ਤੇ ਜਦੋਂ ਆਪਾਂ ਆਪਣੇ ਪੁੱਤ ਵਾਸਤੇ ਕਿਸੇ ਦੀ ਧੀ ਭੈਣ ਨੂੰ ਵੇਖਣ ਜਾਂਦੇ ਆ ਤੇ ਇਹ ਕਹਿ ਕੇ ਵੀ ਇਹ ਕਾਲਾ ਰੰਗ ਹੈ, ਪਸੰਦ ਨਹੀਂ, ਤੇ ਜੇ ਸਾਡੀ ਧੀ ਭੈਣ ਨੂੰ ਵੇਖ ਕੇ ਕੋਈ ਇਦਾਂ ਕਵੇ ਤੇ ਕਲੇਜਾ ਨਹੀਂ ਫਟਦਾ। ਸੱਚਮੁੱਚ ਲੋਕ ਅਜੇ ਵੀ ਚਮੜੇ ਵਿੱਚ ਫਸੇ ਹੋਏ ਆ। ਭਗਤ ਰਵਿਦਾਸ ਜੀ ਕਹਿੰਦੇ ਕਉ ਰਵਿਦਾਸ ਖਲਾਸ ਚਮਾਰਾ, ਕਹਿੰਦੇ ਮੈਂ ਚਮੜੇ ਦਾ ਕੰਮ ਕਰਦਿਆਂ ਚਮੜੇ ਤੋਂ ਖਲਾਸੀ ਪ੍ਰਾਪਤ ਕਰ ਲਈ। ਲੋਕੀ ਸਰੀਰ ਰੂਪੀ ਜੁੱਤੀ ਨੂੰ ਗੰਢੀ ਜਾਂਦੇ ਆ, ਮੋਹ ਦੀਆਂ ਟਾਕੀਆਂ ਲਾ ਲਾ ਕੇ ਅਜੇ ਵੀ ਇਹ ਚਮੜੇ ਦਾ ਹੀ ਕੰਮ ਕਰੀ ਜਾਂਦੇ ਆ। ਤੇ ਕਈ ਕਹਿੰਦੇ ਨੇ ਉੱਚ ਜਾਤੀ ਦੇ ਨੇ, ਜਿਹੜਾ ਕਹਿੰਦਾ ਵੀ ਆਹ ਚਮੜੀ ਕਾਲੀ ਆ ਗੋਰੀ ਆ, ਉਹ ਅਜੇ ਵੀ ਤਾਂ ਚਮਾਰ ਰੂਪੀ ਕਿਰਤੀ ਕਰ ਰਹੇ ਨੇ ਨਾ। ਇਸ ਕਰਕੇ ਸਤਿਗੁਰੂ ਗਰੀਬ ਨਵਾਜ ਜੀ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਵੇਖੋ ਪਰਮਾਤਮਾ ਨੇ ਆਪਣੇ ਭਗਤਾਂ ਨੂੰ ਕਿੰਨੀ ਵਡਿਆਈ ਦਿੱਤੀ ਹੈ। ਜਿਤਨੇ ਭਗਤ ਹਰ ਸੇਵਕਾ, ਮੁਖ 68 ਤੀਰਥ, ਤਿਨ ਤਿਲਕ ਕਢਾਈ। ਜਿੰਨੇ ਵੀ ਪਰਮਾਤਮਾ ਦੇ ਭਗਤ ਨੇ, ਸੇਵਕ ਨੇ, ਪਰਮਾਤਮਾ ਨੇ ਉਹਨਾਂ ਦੇ ਮੁਖ ਤੇ ਮਸਤਕ ਤੇ 68 ਤੀਰਥਾਂ ਦਾ ਤਿਲਕ ਲਾ ਦਿੱਤਾ। ਭਾਵ ਲੋਕ ਕਿਰਾਇਆ ਖਰਚ ਕਰਕੇ ਸਮਾਂ ਕੱਢ ਕੇ 68 ਤੀਰਥਾਂ ਤੇ ਜਾਂਦੇ ਨੇ, ਪਰ ਨਾਮ ਜਪਣ ਵਾਲੇ ਨੂੰ ਸਰਟੀਫਿਕੇਟ ਮਿਲ ਜਾਂਦਾ ਹੈ ਵੀ 68 ਤੀਰਥਾਂ ਦੀ ਪਵਿੱਤਰਤਾ ਇਹਦੇ ਜੀਵਨ ਵਿੱਚ ਆ ਗਈ ਹੈ। ਸੁਣਿਆ 68 ਕਾ ਇਸ਼ਨਾਨ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਕਦੋਂ, ਜਦੋਂ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। 68 ਸ਼ਬਦ 68 ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਾਤੈ ਮਲ ਜਾਈ। ਸਾਹਿਬ ਗੁਰੂ ਅਮਰਦਾਸ ਜੀ 20 ਵਾਰ ਗੰਗਾ ਦਾ ਇਸ਼ਨਾਨ ਕਰਨ ਗਏ, ਪਰ ਚੈਨ ਨਾ ਮਿਲਿਆ। ਜਦੋਂ ਗੁਰੂ ਅੰਗਦ ਦੇਵ ਜੀ ਦੇ ਸ਼ਬਦ ਨਾਲ ਜੁੜ ਗਏ, ਕਹਿਣ ਲੱਗੇ ਮੇਰੇ ਗੁਰੂ ਨੇ ਮੈਨੂੰ ਸ਼ਬਦ ਵਿੱਚੋਂ 68 ਤੀਰਥਾਂ ਦਾ ਇਸ਼ਨਾਨ ਕਰਾ ਦਿੱਤਾ। ਕਿਉਂਕਿ ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲਖ ਧੋਵੈ। ਜਨਮਾਂ ਜਨਮਾਤਰਾਂ ਦੀ ਕਾਲਖ ਧੋ ਕੇ ਰੱਖ ਦਿੰਦਾ ਹੈ ਗੁਰੂ। ਮਾਨੋ ਜਿਹੜਾ ਨਾਮ ਜਪਦਾ ਹੈ ਨਾ, ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਤਿਤ ਘਟ ਮਤ ਵਿਗਾਸ।
ਜਪ ਦਾ ਮਤਲਬ ਹੀ ਇਹ ਆ, ਜਪ ਨਿਸ਼ਾਨ ਜਪੇਗਾ ਤੇ ਜਿਨ ਕੋ ਨਦਰ ਕਰਮ ਤਿਨ ਕਾਰ, ਨਦਰੀ ਕਰਮ ਪਵੈ ਨਿਸ਼ਾਨ, ਆ ਟਿੱਕਾ ਆ ਨਿਸ਼ਾਨ ਲੱਗੇਗਾ ਤੈਨੂੰ। ਉਹ ਪ੍ਰਮਾਣ ਪੱਤਰ ਕੇ ਤੂੰ 68 ਤੀਰਥਾਂ ਦੇ ਇਸ਼ਨਾਨ ਨਾਲੋਂ ਵੀ ਜ਼ਿਆਦਾ ਪਵਿੱਤਰਤਾ ਜਿਹੜੀ ਹੈ ਉਹ ਹਾਸਲ ਕਰ ਲਈ ਹੈ। ਇਸ ਕਰਕੇ ਜਿੰਨੇ ਭਗਤ ਨੇ, ਸੇਵਕ ਨੇ, ਪ੍ਰਮਾਤਮਾ ਨੇ ਭਗਤੀ ਦਾ, ਪਵਿੱਤਰਤਾ ਦਾ ਟਿੱਕਾ ਉਹਨਾਂ ਦੇ ਮੱਥੇ ਤੇ ਲਾ ਦਿੱਤਾ। ਜਨ ਨਾਨਕ ਤਿਨ ਕੋ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਦਾਸ ਨਾਨਕ ਉਹਨਾਂ ਨੂੰ ਦਿਨੇ ਰਾਤ ਸਪਰਸ਼ ਕਰੇ ਜਿਹੜੇ ਸੱਚੀ ਮੁੱਚੀ ਭਾਵੇਂ ਕਿਸੇ ਨੀਵੀਂ ਅਖੌਤੀ ਜਾਤ ਵਿੱਚ ਪੈਦਾ ਹੋਏ ਸਨ, ਪਰ ਪ੍ਰਮਾਤਮਾ ਦੀ ਭਗਤੀ ਕਰਕੇ ਉੱਤਮ ਬਣ ਗਏ। ਕਹਿੰਦੇ ਤਾਂ ਹੀ ਹੋ ਸਕਦਾ ਜੇ ਮਾਲਕ ਕਿਰਪਾ ਕਰੇ। ਭਾਵ ਕਿ ਜਦੋਂ ਵੀ ਭਗਤੀ ਕਰਨ ਵਾਲਿਆਂ ਨੂੰ ਮਾਣ ਸਤਿਕਾਰ ਦੀ ਗੱਲ ਆਵੇ, ਉਦੋਂ ਇਹ ਨਾ ਵੇਖਿਆ ਜਾਵੇ ਆਪਣਾ ਪਰਾਇਆ, ਉੱਚੀ ਨੀਵੀਂ ਜਾਤ। ਕਹਿੰਦੇ ਜਾਂ ਨਾਨਕ ਤਿੰਨ ਕੋ ਆਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਜੇ ਮੇਰਾ ਹਰੀ ਰਾਜਾ ਮੇਰੇ ਤੇ ਕਿਰਪਾ ਕਰ ਦੇਵੇ ਤੇ ਮੈਂ ਦਿਨੇ ਰਾਤ ਭਗਤੀ ਕਰਨ ਵਾਲਿਆਂ ਦਾ ਸਤਿਕਾਰ ਕਰਾਂ। ਆਓ ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ, ਉੱਥੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਸਰਵਣ ਕਰੀਏ। ਬਿਲਾਵਲ ਮਹੱਲਾ ਪੰਜਵਾ। ਰਾਖ ਸਦਾ ਪ੍ਰਭ ਆਪਣੈ ਸਾਥ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਬਿਲਾਵਲ ਰਾਗ ਵਿੱਚ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 828 ਤੇ ਸ਼ੋਭਨੀਕ ਨੇ। ਸਤਿਗੁਰੂ ਜੀ ਪਰਮਾਤਮਾ ਅੱਗੇ ਬੇਨਤੀ ਕਰਦੇ ਨੇ, ਹੇ ਪ੍ਰਭੂ ਰਾਖ ਸਦਾ ਪ੍ਰਭ ਆਪਣੇ ਸਾਥ, ਹੇ ਪ੍ਰਭੂ ਮੈਨੂੰ ਸਦਾ ਆਪਣੇ ਨਾਲ ਰੱਖ। ਤੂੰ ਹਮਰੋ ਪ੍ਰੀਤਮ ਮਨ ਮੋਹਨਾ, ਤੁਝ ਬਿਨ ਜੀਵਨ ਸਗਲ ਅਕਾਥ। ਤੂੰ ਸਾਡਾ ਬੜਾ ਪਿਆਰਾ ਹੈ, ਮਨ ਨੂੰ ਮੋਹਣ ਵਾਲਾ ਹੈ, ਤੇਰੇ ਤੋਂ ਬਿਨਾਂ ਸਾਰਾ ਜੀਵਨ ਵਿਅਰਥ ਚਲਿਆ ਜਾਂਦਾ ਹੈ। ਰਹਾਉ। ਰਹਾਉ ਦਾ ਭਾਵ ਹੈ ਕਿ ਸ਼ਬਦ ਦਾ ਅੰਤਰੀ ਭਾਵ ਇਹਨਾਂ ਤੁਕਾਂ ਵਿੱਚ ਹੈ। ਰੰਗ ਤੇਰਾਓ ਕਰਤ ਖਿਨ ਭੀਤਰ, ਪ੍ਰਭ ਮੇਰੂ ਅਨਾਥ ਕੋ ਨਾਥ। ਇਹ ਭਾਈ ਮੇਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ, ਜਿਹੜੇ ਅਨਾਥ ਨੇ ਉਹਨਾਂ ਦਾ ਨਾਥ ਹੈ। ਉਹ ਇੱਕ ਛਿਨ ਦੇ ਵਿੱਚ ਕਿਸੇ ਰੰਕ ਨੂੰ ਰਾਜਾ ਬਣਾ ਸਕਦਾ ਹੈ, ਕਿਉਂਕਿ ਛਿਨ ਮੈਂ ਰਾਓ ਰੰਗ ਕੋ ਕਰੀ, ਰਾਓ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇਂ ਜੈ ਤਾਕੂ ਵਿਵਹਾਰੈ। ਉਹ ਭਰਿਆਂ ਨੂੰ ਖਾਲੀ ਕਰ ਦਿੰਦਾ, ਖਾਲੀਆਂ ਨੂੰ ਭਰ ਦਿੰਦਾ, ਰੰਕ ਨੂੰ ਮਾਨੋ ਰਾਓ ਬਣਾ ਦਿੰਦਾ ਤੇ ਰਾਜੇ ਨੂੰ ਕੰਗਾਲ ਬਣਾਉਣ ਲੱਗਿਆਂ ਬਹੁਤਾ ਸਮਾਂ ਨਹੀਂ ਲਾਉਂਦਾ। ਜਲ ਤੇ ਅਗਨ ਮਹਿ ਜਨ ਆਪ ਉਧਾਰੇ, ਕਰ ਆਪਣੇ ਦੇ ਰਾਖੇ ਹਾਥ। ਵਿਕਾਰਾਂ ਦੀ ਅਗਨੀ ਵਿੱਚ ਸੜ ਰਹੇ ਜਿਹੜੇ ਮਨੁੱਖ ਨੇ, ਪਰਮਾਤਮਾ ਨੇ ਉਹਨਾਂ ਨੂੰ ਆਪਣੇ ਸੇਵਕ ਬਣਾ ਕੇ ਉਹਨਾਂ ਦਾ ਉਧਾਰ ਕੀਤਾ, ਭਾਵ ਬਚਾ ਲਿਆ, ਆਪਣਾ ਹੱਥ ਦੇ ਕੇ ਉਹਨਾਂ ਨੂੰ ਰੱਖ ਲਿਆ। ਸੀਤਲ ਸੁਖ ਪਾਇਓ ਮਨ ਤ੍ਰਿਪਤੇ, ਹਰ ਸਿਮਰਤ ਸ਼ਰਮ ਸਗਲੇ ਲਾਥ। ਉਹਨਾਂ ਨੇ ਪਰਮੇਸ਼ਰ ਦੀ ਬੰਦਗੀ ਕਰਕੇ ਮਾਨੋ ਅੰਦਰ ਦੀ ਠੰਡਕ ਵਾਲਾ ਸੁੱਖ ਪ੍ਰਾਪਤ ਕਰ ਲਿਆ, ਉਹਨਾਂ ਦਾ ਮਨ ਤ੍ਰਿਪਤ ਹੋ ਗਿਆ। ਪ੍ਰਭੂ ਨੂੰ ਸਿਮਰ ਸਿਮਰ ਕੇ ਉਹਨਾਂ ਦੀ ਸਾਰੀ ਦੌੜ ਭੱਜ ਵਾਲੀ ਜਿਹੜੀ ਸ਼ਰਮ ਥਕਾਵਟ ਹੈ ਉਹ ਲੱਥ ਗਈ, ਕਿਉਂਕਿ ਸ਼ਰਮ ਤਾਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ। ਡੀਂਗਨ ਡੋਲਾ ਤਉ ਲਓ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰ ਆਪਣੇ ਪਾਏ ਬਿਸ਼ਰਾਮਾ। ਕਹਿੰਦੇ ਉਦੋਂ ਫਿਰ ਸਾਰੀ ਦੌੜ ਭੱਜ ਖਤਮ ਹੋ ਜਾਂਦੀ ਹੈ। ਨਿਦ ਨਿਧਾਨ ਨਾਨਕ ਹਰ ਸੇਵਾ, ਅਵਰ ਸਿਆਨਪ ਸਗਲ ਅਕਾਥ। ਇਹ ਨਾਨਕ ਅਸਲ ਵਿੱਚ ਹਰੀ ਪਰਮਾਤਮਾ ਦੀ ਸੇਵਾ ਭਗਤੀ ਹੀ ਸਭ ਤੋਂ ਖਜ਼ਾਨਿਆਂ ਤੋਂ ਪ੍ਰਮੁੱਖ ਖਜ਼ਾਨਾ ਹੈ। ਹੋਰ ਆਪਣੀਆਂ ਸਿਆਣਪਾਂ ਚਤੁਰਾਈਆਂ ਇਹ ਬਿਲਕੁਲ ਵਿਅਰਥ ਨੇ। ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰ ਭੁਜ ਪਾਈਐ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟੈ ਜਿਤ। ਹੋਰ ਸਿਆਣਪਾਂ, ਹੋਰ ਹੁਜਤਾਂ ਦਲੀਲਾਂ ਜਾਂ ਆਪਣੀ ਜਿਹੜੀ ਮਨੁੱਖ ਦੀ ਚਤੁਰਾਈ ਆ, ਇਹ ਕਿਸੇ ਕੰਮ ਆਉਣ ਵਾਲੀ ਨਹੀਂ। ਇਹ ਮਨੁੱਖ ਨੂੰ ਕਦੇ ਵੀ ਅੰਦਰ ਦਾ ਟਿਕਾ ਨਹੀਂ ਬਖਸ਼ਦੀ। ਅੰਦਰ ਦਾ ਟਿਕਾ ਸੀਤਲਤਾ ਪਰਮੇਸ਼ਰ ਦੀ ਬੰਦਗੀ ਵਿੱਚੋਂ ਹੀ ਪ੍ਰਾਪਤ ਹੋਣੀ ਹੈ। ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ, ਉੱਥੇ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਹੈ, ਪਾਵਨ ਗੁਰ ਸ਼ਬਦ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪਾਵਨ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ। ਸੀਤਲ ਸੁਖ ਪਾਇਓ ਮਨ ਤ੍ਰਿਪਤੇ,
ਹਰ ਸਿਮਰਤ ਸ਼ਰਮ ਸਗਲੇ ਲਾਥ। ਨਿਦ ਨਿਦਾਨ ਨਾਨਕ ਹਰ ਸੇਵਾ, ਅਵਰ ਸਿਆਨਪ ਸਗਲ ਅਕਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।